ਜੈ ਲਖ ਦਾਤਾ ਪੀਰ ਦੀ ਮੌਜ ਫਕੀਰ ਦੀ ਭਗਤੀ ਭਗਤੀ ਕਰਨ ਦੀ ਕੋਈ ਵੀ ਉਮਰ ਨਹੀਂ ਹੁੰਦੀ। ਬਚਪਨ 'ਚ ਵੀ ਕਰ ਸਕਦੇ ਹਾਂ, ਜਵਾਨੀ ਵਿੱਚ ਵੀ ਕਰ ਸਕਦੇ ਹਾਂ, ਬੁਢਾਪੇ 'ਚ ਵੀ ਭਗਤੀ ਕਰ ਸਕਦੇ ਹਾਂ। ਭਗਤੀ ਕਰਨ ਲਈ ਕੋਈ ਉਮਰ ਨਹੀਂ ਹੁੰਦੀ। ਬਸ ਦਿਲ ਵਿੱਚ ਪ੍ਰੇਮ ਹੋਣਾ ਚਾਹੀਦਾ, ਸ਼ੌਂਕ ਹੋਣਾ ਚਾਹੀਦਾ। ਜਿਹੜੇ 1 ਘੰਟਾ ਭਗਤੀ ਕਰਦੇ ਆ ਉਹਨਾਂ ਨੂੰ ਵੀ ਦਾਸ ਦਾ ਸਲਾਮ। ਜਿਹੜੇ 2 ਘੰਟੇ ਭਗਤੀ ਕਰਦੇ ਆ ਦਾਸ ਦਾ ਉਹਨਾਂ ਨੂੰ ਵੀ ਸਲਾਮ। ਜਿਹੜੇ 5-5 ਘੰਟੇ ਵੀ ਭਗਤੀ ਕਰਦੇ ਆ, ਪੂਰਾ ਦਿਨ ਭਗਤੀ ਕਰਦੇ ਆ ਦਾਸ ਦਾ, ਉਹਨਾਂ ਦੇ ਚਰਨਾਂ ਦੇ ਵਿੱਚ ਵੀ ਕੋਟ ਕੋਟ ਪ੍ਰਣਾਮ ਆ, ਨਮਨ ਆ, ਚਰਨ ਬੰਦਨਾ ਆ। ਬੱਚੇ ਮਿਲਦੇ ਆ, ਸਵਾਲ ਕਰਦੇ ਆ ਤੇ ਉਹੀ ਸਵਾਲ ਮੈਂ ਆਪ ਜੀ ਨਾਲ ਸਾਂਝੇ ਕਰਦਾ, ਵਿਚਾਰ ਕਰਦਾ ਆ। ਕਿਤੇ ਨਾ ਕਿਤੇ ਅਸੀਂ ਵੀ ਰਸਤੇ ਤੋਂ ਭਟਕੇ ਹੁੰਦੇ ਆ। ਸਾਨੂੰ ਕੋਈ ਨਾ ਕੋਈ ਆਪਣੀ ਮੰਜ਼ਿਲ ਮਿਲ ਜਾਂਦੀ ਆ, ਕੋਈ ਨਾ ਕੋਈ ਯੁਕਤੀ ਮਿਲ ਜਾਂਦੀ ਆ, ਗੱਲਾਂ ਗੱਲਾਂ ਦੇ ਵਿੱਚ ਕੋਈ ਗੱਲ ਮਿਲ ਜਾਂਦੀ ਆ। ਇੱਕ ਬੰਦੇ ਨੇ, ਸੇਵਾਦਾਰ ਨੇ ਭਗਤੀ ਕੀਤੀ 2 ਮਹੀਨੇ। ਉਹਨਾਂ ਨੇ ਹਨੂੰਮਾਨ ਜੀ ਦੀ ਆਰਾਧਨਾ ਕੀਤੀ। 2 ਮਹੀਨੇ ਆਰਾਧਨਾ ਕਰਨ ਤੋਂ ਬਾਅਦ ਉਹਨੇ ਆਪਣੀ ਭਗਤੀ ਦਾ, ਆਪਣੇ ਸਿਮਰਨ ਦਾ ਬੜਾ ਜੀ ਛੋਟਾ ਹੀ ਮੁੱਲ ਲਗਾ ਦਿੱਤਾ। ਉਸ ਭਗਤੀ ਦੀ, ਉਸ ਮਿਹਨਤ ਦੀ ਬੜੀ ਛੋਟੀ ਜਿਹੀ ਕੀਮਤ ਲਗਾ ਦਿੱਤੀ। ਭਗਤੀ ਆਪਾਂ ਕਿਸ ਲਈ ਕਰਦੇ ਹਾਂ? ਭਗਤੀ ਦਾ ਮਕਸਦ ਕੀ ਆ? ਆਪਾਂ ਇੰਨੀ ਬੰਦਗੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਕਾਹਦੇ ਲਈ ਕਰਦੇ ਹਾਂ? ਭਗਤੀ ਤਾਂ ਪਰਮਾਤਮਾ ਨੂੰ, ਰੱਬ ਨੂੰ ਪਾਉਣ ਵਾਸਤੇ ਕੀਤੀ ਜਾਂਦੀ ਆ। ਰੱਬ ਦਾ ਦੀਦਾਰ ਕਰਨ ਵਾਸਤੇ ਕੀਤੀ ਜਾਂਦੀ ਆ। ਸੰਸਾਰ ਦੇ ਵਿੱਚ ਆਉਣ ਜਾਣ ਦਾ ਚੱਕਰ ਖਤਮ ਕਰਨ ਵਾਸਤੇ ਕੀਤੀ ਜਾਂਦੀ ਆ। ਮੁਕਤੀ ਪ੍ਰਾਪਤ ਕਰਨ ਵਾਸਤੇ ਕੀਤੀ ਜਾਂਦੀ ਆ। ਪਰ ਅਸੀਂ ਲੋਕਾਂ ਨੇ ਭਗਤੀ ਨੂੰ ਇੱਕ ਮਜ਼ਾਕ ਬਣਾ ਲਿਆ, ਜਿਹਦਾ ਕੋਈ ਮੁੱਲ ਨਹੀਂ, ਜਿਹਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ। ਤੁਸੀਂ ਉਸ ਭਗਤੀ ਦਾ ਛੋਟੀ ਛੋਟੀ ਕੀਮਤ ਲਗਾ ਦਿੱਤੀ। ਹੁਣ ਉਸ ਮੁੰਡੇ ਨੇ 2 ਮਹੀਨੇ ਪੂਰੇ ਨਿਯਮ ਅਨੁਸਾਰ ਭਗਤੀ ਕੀਤੀ। ਭਗਤੀ ਕਰਦੇ ਕਰਦੇ 2 ਮਹੀਨੇ ਬਾਅਦ ਹਨੂੰਮਾਨ ਜੀ ਨੇ ਦਰਸ਼ਨ ਦੀਦਾਰ ਦਿੱਤੇ ਉਹਨਾਂ ਨੂੰ। ਤੇ ਇੱਕ ਨਾ ਇਸ ਸਫ਼ਰ ਦੇ ਵਿੱਚ ਖੇਡ ਬੜੀ ਹੁੰਦੀ ਹੈ। ਜਿਹੜੇ ਅੱਖਾਂ ਤੋਂ ਨੀਚੇ ਨੀਚੇ ਦੀ ਜਿਹੜੀ ਬੰਦਗੀਆਂ, ਭਗਤੀਆਂ ਕਮਾਈਆਂ ਨੇ, ਇੱਥੋਂ ਨੀਚੇ ਨੀਚੇ, ਇਹ ਸਾਡੇ ਨਾਲ ਕਿਤੇ ਨਾ ਕਿਤੇ ਛਲ ਹੋਣਾ ਆ। ਕਿਤੇ ਨਾ ਕਿਤੇ ਇਹਨਾਂ ਨੇ ਛਲ ਜ਼ਰੂਰ ਕਰਨਾ ਸਾਡੇ ਨਾਲ। ਉਸ ਬੰਦੇ ਨੇ 2 ਮਹੀਨੇ ਭਗਤੀ ਕੀਤੀ ਤਾਂ ਭਗਤੀ ਕਰਕੇ ਉਸ ਨੂੰ ਅੱਗੇ ਵਧਣਾ ਚਾਹੀਦਾ ਸੀ, ਅੱਗੇ ਆਨੰਦ ਲੈਣਾ ਚਾਹੀਦਾ ਸੀ, ਅੱਗੇ ਸਫ਼ਰ ਤੈਅ ਕਰਨਾ ਚਾਹੀਦਾ ਸੀ। ਪਰ ਉਹ 2 ਮਹੀਨੇ ਭਗਤੀ ਕਰਕੇ ਉਹਨੇ ਭਗਤੀ ਦਾ ਮੁੱਲ ਲਗਾ ਦਿੱਤਾ ਕਿ ਲੋਕਾਂ ਨੂੰ ਸੱਟੇ ਦੇ ਨੰਬਰ ਦੇਣ ਲੱਗ ਗਿਆ। ਕੀ ਇਹ ਭਗਤੀ ਲੋਕਾਂ ਨੂੰ ਨੰਬਰ ਦੇਣ ਵਾਸਤੇ ਆ? ਕੀ ਤੁਸੀਂ ਇਸ ਕੰਮ ਵਾਸਤੇ ਭਗਤੀ ਕੀਤੀ ਆ? ਤੇ ਤੁਸੀਂ ਅੱਜ ਵੀ ਫੇਲ ਹੋ ਤੇ ਕੱਲ ਵੀ ਫੇਲ ਹੋ। ਇਹਦਾ ਭੁਗਤਾਨ ਤੁਹਾਨੂੰ ਆਪ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰ ਨੂੰ ਕਰਨਾ ਪੈਣਾ। ਇੱਕ ਮੁੰਡਾ ਹੋਰ ਆ, ਮਹਾਮਾਈ ਦੀ ਭਗਤੀ ਬਹੁਤ ਵਧੀਆ ਕਰਦਾ ਪਿਆ ਸੀ। ਕਰਦਾ ਮਾਂ ਨੇ ਕਿਰਪਾ ਕੀਤੀ,
ਉਹ ਲੋਕਾਂ ਦੇ ਹੱਲ ਕਰਨ ਲੱਗ ਗਿਆ। ਔਰ ਦਾਸ ਦੇ ਕੋਲ ਆ ਕੇ ਬੇਨਤੀ ਕੀਤੀ, ਕਹਿੰਦਾ ਬਾਬਾ ਜੀ ਮੈਂ ਲੋਕਾਂ ਦੀ ਅਰਦਾਸਾਂ ਕਰਦਾ ਆ, ਲੋਕਾਂ ਲਈ ਬੇਨਤੀ ਕਰਦਾ ਤੇ ਅਗਲੇ ਦਾ ਕੰਮ ਹੋ ਜਾਂਦਾ, ਤੇ ਮੇਰਾ ਕੰਮ ਕਿਉਂ ਨਹੀਂ ਹੁੰਦਾ? ਲੋਕਾਂ ਨੂੰ ਮੈਂ ਜੋ ਕਹਿ ਦਿੰਦਾ ਉਹ ਪੂਰਾ ਹੋ ਜਾਂਦਾ, ਪਰ ਮੇਰੀ ਗੱਲ ਕਿਉਂ ਨਹੀਂ ਬਣਦੀ? ਮੈਨੂੰ ਆਨੰਦ ਕਿਉਂ ਨਹੀਂ ਮਿਲਦਾ? ਆਪਾਂ ਕੋਈ ਮਜ਼ਦੂਰ ਬਾਹਰੋਂ ਲੈ ਕੇ ਆਉਂਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕੰਮ ਕਰਦਾ, ਸ਼ਾਮ ਨੂੰ ਦਿਹਾੜੀ ਦੇ ਕੇ ਭੇਜਣਾ ਪੈਂਦਾ। ਅਸੀਂ ਸਵੇਰ ਤੋਂ ਸ਼ਾਮ ਤੱਕ ਭਗਤੀ ਕਰਦੇ ਆ, ਜਦ ਅਸੀਂ ਕਿਸੇ ਲਈ ਅਰਦਾਸ ਬੇਨਤੀ ਕਰਦੇ ਆ, ਆਪਣੀ ਕਮਾਈ ਦਾ ਹਿੱਸਾ, ਆਪਣੀ ਕਮਾਈ ਕਰਕੇ ਇੰਨੀ ਬੰਦਗੀ ਕਰਕੇ ਅਸੀਂ ਲੋਕਾਂ ਦੇ ਉਪਾਅ ਕਰਦੇ ਪਏ ਆ, ਲੋਕਾਂ ਦੇ ਹੱਲ ਕਰਦੇ ਪਏ ਆ, ਤਾਂ ਆਪਣਾ ਬੈਲੈਂਸ ਤਾਂ ਜ਼ੀਰੋ ਹੋ ਗਿਆ। ਅਗਲਾ ਤਾਂ ਆਪਣੇ ਕੰਮ ਕਰਾ ਕੇ, ਆਪਣੀ ਅਰਦਾਸ ਬੇਨਤੀ ਕਰਾ ਕੇ ਉਹ ਗਿਆ, ਪਰ ਤੁਹਾਡਾ ਆਪ ਦਾ ਬੋਝਾ, ਆਪ ਦੀ ਜੇਬ ਖਾਲੀ ਹੋ ਗਈ। ਕੀ ਅਸੀਂ ਭਗਤੀ ਇਸ ਕਰਕੇ ਕਰਦੇ ਆ? ਪੈਸੇ ਇਕੱਠੇ ਕਰਨ ਵਾਸਤੇ ਭਗਤੀ ਕਰਦੇ ਆ, ਜਾਂ ਦੁਨੀਆ ਦੇ ਹੱਲ ਕਰਨ ਵਾਸਤੇ ਭਗਤੀ ਕਰਦੇ ਆ? ਇਹ ਬਹੁਤ ਗਲਤ ਤਰੀਕਾ, ਗਲਤ ਰਸਤਾ ਹੈ। ਇਹ 'ਚ ਕਦੇ ਵੀ ਤੁਹਾਨੂੰ ਸੁੱਖ ਨਹੀਂ ਮਿਲ ਸਕਦਾ। ਦੁੱਖ ਜ਼ਰੂਰ ਮਿਲ ਸਕਦੇ ਆ, ਪਰ ਸੁੱਖ ਨਹੀਂ ਮਿਲ ਸਕਦਾ। ਇੱਕ ਸ਼ਖਸ ਆਇਆ, ਕਹਿੰਦਾ ਬਾਬਾ ਜੀ ਮੈਂ ਨੰਗੇ ਪੈਰ ਗੁੱਗਾ ਮਾੜੀ ਜਾ ਕੇ ਆ। ਨੰਗੇ ਪੈਰ ਲੁਧਿਆਣੇ ਸ਼ਹਿਰ ਤੋਂ ਰਾਜਸਥਾਨ ਗੁੱਗਾ ਮਾੜੀ ਤੱਕ ਪੈਦਲ ਗਿਆ। ਉਹ ਕਹਿੰਦਾ ਬਾਬਾ ਜੀ ਮੈਂ ਪੈਦਲ ਤਾਂ ਗਿਆ ਕਿ ਮੈਂ ਲੋਕਾਂ ਨੂੰ ਬਚਨ ਦਿੰਦਾ ਆ, ਲੋਕਾਂ ਦੀਆਂ ਪੁੱਛਾਂ ਕੱਢਦਾ ਜਾਂ ਲੋਕਾਂ ਨੂੰ ਬਚਨ ਦਿੰਦਾ ਆ, ਤਾਂ ਉਹ ਮੇਰੇ ਬਚਨ ਹੁਣ ਪੂਰੇ ਨਹੀਂ ਹੁੰਦੇ, ਤੇ ਇਸ ਕਰਕੇ ਮੈਂ ਗੁੱਗਾ ਜਾਰ ਪੀਰ ਦੇ ਅੱਗੇ ਬੇਨਤੀ ਕੀਤੀ ਆ ਕਿ ਮੈਂ ਤੇਰੇ ਦਰ ਤੇ ਚੱਲ ਕੇ ਆਵਾਂਗਾ, ਨੰਗੇ ਪੈਰ ਆਵਾਂਗਾ, ਤੂੰ ਮੇਰੇ ਬਚਨ ਪੂਰੇ ਕਰਿਆ ਕਰ। ਜੇ ਤੁਹਾਡੇ ਬਚਨ ਪੂਰੇ ਨਹੀਂ ਹੁੰਦੇ, ਤੁਸੀਂ ਲੋਕਾਂ ਨਾਲ ਬਚਨ ਕਰਦੇ ਹੋ, ਹਨਾ, ਲੋਕਾਂ ਨਾਲ ਵਾਅਦੇ ਕਰਦੇ ਹੋ, ਤੁਹਾਡੇ ਬਚਨ ਪੂਰੇ ਨਹੀਂ ਹੁੰਦੇ, ਕਦੇ ਤੁਸੀਂ ਇਹ ਖੋਜ ਨਹੀਂ ਕੀਤੀ ਕਿ ਮੇਰੀ ਭਗਤੀ ਦੇ ਵਿੱਚ ਕਮੀ ਆ, ਮੇਰੀ ਬੰਦਗੀ ਦੇ ਵਿੱਚ ਕਮੀ ਆ? ਅਸੀਂ ਬੰਦਗੀ ਕਰਨ ਦੀ ਬਜਾਏ, ਭਗਤੀ ਕਰਨ ਦੀ ਬਜਾਏ ਅਸੀਂ ਹਟ ਜੋ ਕਰਨ ਲੱਗ ਜਾਂਦੇ ਆ। ਇੱਥੋਂ ਲੈ ਕੇ ਲੁਧਿਆਣੇ ਤੋਂ ਲੈ ਕੇ ਗੁੱਗਾ ਮਾੜੀ ਤੱਕ ਪੈਦਲ ਗਿਆ, ਕਿੰਨਾ ਕਸ਼ਟ ਸਿਆ। ਜੇ ਇੰਨੇ ਹੀ ਬੈਠ ਕੇ ਭਗਤੀ ਕਰ ਲੈਂਦਾ, ਉਹਦਾ ਸਿਮਰਨ ਕਰ ਲੈਂਦਾ, ਉਹਦੀ ਬੰਦਗੀ ਕਰ ਲੈਂਦਾ, ਕਿ ਉਹ ਤੁਹਾਡੀ ਗੱਲ ਨਾ ਸੁਣਦਾ? ਅਸੀਂ ਕੀ ਦਿਖਾ ਰਹੇ ਹਾਂ? ਕੀ ਤੁਹਾਡੇ ਬਚਨ ਪੂਰੇ ਹੋ ਜਾਣਗੇ? ਫਿਰ ਅੱਜ 4 ਦਿਨ, 10 ਦਿਨ, 15 ਦਿਨ, ਮਹੀਨੇ ਤੁਸੀਂ ਬਚਨ ਕਿਸੇ ਨਾਲ ਕਰੋਗੇ, ਪੂਰੇ ਹੋ ਜਾਓਗੇ, ਉਸ ਤੋਂ ਬਾਅਦ ਕੀ ਕਰੋਗੇ? ਫਿਰ ਬਚਨ ਪੂਰੇ ਨਹੀਂ ਹੋਣੇ, ਫਿਰ ਕੀ ਕਰੋਗੇ ਤੁਸੀਂ? ਭਗਤੀ ਇਸ ਕੰਮ ਵਾਸਤੇ ਨਹੀਂ ਹੁੰਦੀ। ਇਤਿਹਾਸ ਗਵਾਹ ਆ, ਸਾਡੇ ਪਿੱਛੇ ਜਿੰਨੇ ਸੰਤ, ਮਹਾਂਪੁਰਸ਼, ਫਕੀਰ ਆਏ, ਅੱਗੇ ਵੀ ਆਉਂਦੇ ਰਹਿਣੇ, ਅੱਗੇ ਅੱਜ ਵੀ ਹੈ ਬਥੇਰੇ ਫਕੀਰ ਜਿਹੜੇ ਬੰਦਗੀ ਕਰਦੇ, ਇਬਾਦਤ ਕਰਦੇ, ਆਪਣੀ ਮੌਜ ਦੇ ਵਿੱਚ ਬੈਠੇ ਆਨੰਦ ਲੈ ਰਹੇ ਆਪਣਾ। ਉਹ ਆਨੰਦ ਦੀ ਅਵਸਥਾ ਬੈਠੇ ਭਗਤੀ ਕਰਦੇ, ਸਿਮਰਨ ਕਰਦੇ, ਆਪਣੇ ਆਨੰਦ ਲੈ ਰਹੇ ਬਿਲਕੁਲ ਆਪਣੇ। ਅੱਜ ਵੀ ਬੜੇ ਸੰਤ ਮਹਾਂਪੁਰਸ਼ ਹੈਗੇ ਨੇ ਜਿਹੜੇ ਭਗਤੀ ਕਰਦਾ, ਜਿਹੜਾ ਪ੍ਰਭੂ ਨਾਲ ਪ੍ਰੇਮ ਕਰਦਾ, ਪ੍ਰਭੂ ਦੇ ਨਾਲ ਯਾਰੀ ਲਗਾਉਂਦਾ, ਉਹਨੂੰ ਤਾਂ ਉਸ ਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ। ਆਪਣੇ ਦਿਮਾਗ ਦੇ ਘੋੜੇ ਨਹੀਂ ਭਜਾਣੇ ਚਾਹੀਦੇ, ਆਪਣੇ ਮਨ ਦੀ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ। ਜੇ ਉਹਦੀ ਰਜ਼ਾ 'ਚ ਰਾਜੀ ਰਵਾਂਗੇ ਅਸੀਂ, ਤਾਂ ਸਾਨੂੰ ਸਦਾ ਸਦਾ ਦੀ ਖੁਸ਼ੀਆਂ ਮਿਲੂਗੀਆਂ, ਸਦਾ ਸਦਾ ਦਾ ਆਨੰਦ ਮਿਲੂਗਾ, ਸਦਾ ਸਦਾ ਦਾ ਸੁੱਖ ਮਿਲੂਗਾ। ਸੰਸਾਰ ਦੇ ਵਿੱਚ ਇੰਨੇ ਕੰਢੇ ਆ, ਸੰਸਾਰ ਦੇ ਵਿੱਚ ਤੁਸੀਂ ਕਿੰਨੇ ਕੰਢੇ ਇਕੱਠੇ ਕਰੋਗੇ? ਸੰਸਾਰ ਕੰਢਿਆਂ ਨਾਲ ਭਰਿਆ ਪਿਆ, ਦੁੱਖਾਂ ਨਾਲ ਭਰਿਆ ਪਿਆ, ਤੁਸੀਂ ਕਿੰਨੇ ਕੰਢੇ ਇਕੱਠੇ ਕਰ ਸਕਦੇ ਹੋ? ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ,
ਗੁਰੂਦੇਵ ਕਹਿੰਦੇ ਨੇ ਕਿ ਬੇਟੇ ਆਪਣੇ ਪੈਰਾਂ ਦੇ ਵਿੱਚ ਹੀ ਬੂਟ ਪਾ ਲਓ। ਸਭ ਨਾਲ ਵਧੀਆ ਕੰਮ ਆਪਣੇ ਪੈਰਾਂ ਦੇ ਵਿੱਚ ਹੀ ਬੂਟ ਪਾ ਲਓ। ਆਪਣੇ ਆਪ ਨੂੰ ਕੰਡਿਆਂ ਤੋਂ ਬਚਾ ਲਓ। ਤੁਸੀਂ ਸੰਸਾਰ ਦੇ ਕਿੰਨੇ ਕਿੰਨੇ ਕੰਡੇ ਇਕੱਠੇ ਕਰੋ, ਸਾਰਾ ਸੰਸਾਰ ਕੰਡਿਆਂ ਨਾਲ ਭਰਿਆ ਪਿਆ ਆ। ਸਾਨੂੰ ਆਪਣੇ ਆਪ ਦੇ ਪੈਰਾਂ ਵਿੱਚ ਹੀ ਬੂਟ ਪਾ ਲੈਣੇ ਚਾਹੀਦੇ ਆ। ਮਰ ਭਗਤੀ ਅਸੀਂ ਆਪਣੇ ਆਪਣੇ ਵਾਸਤੇ ਕਰਨੀ ਚਾਹੀਦੀ ਆ। ਭਗਤੀ ਰੱਬ ਨੂੰ ਪਾਉਣ ਵਾਸਤੇ ਕਰਨੀ ਚਾਹੀਦੀ ਆ, ਉਹਨੂੰ ਮਿਲਣ ਵਾਸਤੇ ਕਰਨੀ ਚਾਹੀਦੀ ਆ, ਸਦਾ ਸਦਾ ਸੁੱਖ ਲੈਣ ਵਾਸਤੇ ਭਗਤੀ ਕਰਨੀ ਚਾਹੀਦੀ ਆ, ਸਦਾ ਸਦਾ ਆਨੰਦ ਲੈਣ ਵਾਸਤੇ ਭਗਤੀ ਕਰਨੀ ਚਾਹੀਦੀ। ਇਹ ਨਾਮ ਦਾ ਬੰਦਗੀ ਭਗਤੀ ਦਾ ਇਹਦਾ ਮੁੱਲ ਨਹੀਂ ਕੋਈ ਦੇ ਸਕਦਾ। ਕੋਈ ਅਗਰ ਸਿਰ ਦੇ ਕੇ ਵੀ ਪਰਮਾਤਮਾ ਮਿਲਦਾ ਤਾਂ ਵੀ ਬਹੁਤ ਸਸਤਾ ਸੌਦਾ ਆ। ਇਹ ਸਫ਼ਰ ਹੈ ਜਿਹਾ ਸਫ਼ਰ ਆ ਜਿਹੜਾ ਕਦੇ ਖਤਮ ਹੋਣ ਵਾਲਾ ਸਫ਼ਰ ਨਹੀਂ ਹੈਗਾ। ਸਾਹਿਬ ਮੇਰਾ ਨਿਤ ਨਵਾਂ, ਇਹ ਰੋਜ਼ ਨਿਤ ਨਵਾਂ ਆ। ਇਹ ਸਫ਼ਰ ਕਦੇ ਨਹੀਂ ਖਤਮ ਹੁੰਦਾ। ਭਗਤੀ ਦਾ ਜਿਹੜਾ ਸਫ਼ਰ ਆ ਰੋਜ਼ ਨਵਾਂ ਹੈ। ਤੁਸੀਂ 20 ਸਾਲ ਭਗਤੀ ਕਰਕੇ ਵੀ ਦੇਖੋਗੇ ਨਾ, ਤੁਸੀਂ ਦੇਖੋਗੇ ਆਪਣੇ ਨੂੰ ਕਿੱਥੇ ਖੜਾ ਤੇ ਜ਼ੀਰੋ ਤੇ ਖੜੇ ਇਦਾਂ ਨਜ਼ਰ ਆਊਗਾ। ਦਾਸ ਜੋ ਤੁਹਾਡੇ ਨਾਲ ਗੱਲਾਂ ਵਿਚਾਰ ਕਰਦਾ, ਇਹ ਆਪਣਾ ਅਨੁਭਵ ਸਾਂਝਾ ਕਰਦਾ। ਮੈਂ ਆਪਣਾ ਅਨੁਭਵ ਸਾਂਝਾ ਕਰਦਾ ਤੁਹਾਡੇ ਨਾਲ। ਮੈਂ ਕੋਈ ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਕਰਦਾ, ਸੁਣੀਆਂ ਸੁਣਾਈਆਂ ਨੇ ਗੱਲਾਂ ਕਰਦਾ। ਜੋ ਮੇਰੇ ਨਾਲ ਪ੍ਰੈਕਟੀਕਲ ਬੀਤਦਾ ਮੈਂ ਅਨੁਭਵ ਕਰਦਾ। ਉਹ ਕੁਝ ਨਾ ਕੁਝ ਤੁਹਾਨੂੰ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ, ਕਿਤੇ ਨਾ ਕਿਤੇ ਤੁਹਾਡੀ ਗੱਲ ਬਣ ਜਾਵੇ। ਮੇਰਾ ਉਦੇਸ਼ ਇੱਕੋ ਹੀ ਆ ਕਿ ਮੈਂ ਵੀ ਬੰਦਗੀ ਕਰਾਂ ਔਰ ਬੰਦਗੀ ਕਰਾਵਾਂ। ਨਾਮ ਜਪੀ ਜਾਈਏ ਔਰ ਜਪਾਈ ਜਾਈਏ। ਕਿਉਂਕਿ ਜੀਵਨ ਦਾ ਇਸ ਮਨੁੱਖੀ ਚੋਲੇ ਦਾ ਮਤਲਬ ਸਾਨੂੰ ਭਗਤ ਪ੍ਰਭੂ ਦੀ ਪ੍ਰਾਪਤੀ ਕਰਨਾ, ਰੱਬ ਨੂੰ ਪਾਣਾ ਆ। ਇਹ ਸਾਨੂੰ ਦੇ ਇਸ ਕਰਕੇ ਮਿਲੀ ਆ। ਸਾਨੂੰ ਆਪਣੇ ਜੀਵਨ ਦੇ ਮਕਸਦ ਨੂੰ ਪਹਿਚਾਨਣਾ ਚਾਹੀਦਾ। ਇਸ ਮਨੁੱਖੀ ਚੋਲੇ ਨੂੰ ਲੇਖੇ ਲਗਾਉਣਾ ਚਾਹੀਦਾ। ਰੋਜ਼ ਦੇ 24,000 ਸਵਾਸ ਸਾਨੂੰ ਇਹ ਕਿਰਾਏ ਦੇ ਸਰੀਰ ਮਿਲਿਆ, ਸਾਨੂੰ ਉਹਦੇ ਲੇਖੇ ਲਗਾ ਲੈਣੇ ਚਾਹੀਦੇ। ਸਾਨੂੰ ਲੋਕਾਂ ਦੀ ਨਿੰਦਿਆ ਚੁਗਲੀ ਦੇ ਵਿੱਚ, ਬੁਰਾਈਆਂ ਕਰਨ ਦੇ ਵਿੱਚ ਨਹੀਂ ਸਮਾਂ ਖਰਾਬ ਕਰਨਾ ਚਾਹੀਦਾ। ਇਹਦੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਸੰਭਾਲ ਕਰੋ। ਇਹਨੂੰ ਪ੍ਰਭੂ ਦੇ ਲੇਖੇ ਲਗਾਉਣ ਦੀ ਕੋਸ਼ਿਸ਼ ਕਰੋ। ਚੱਲਦੇ ਫਿਰਦੇ, ਉੱਠਦੇ, ਬਹਿੰਦੇ, ਸੌਂਦੇ, ਜਾਗਦੇ, ਨਹਾਉਂਦੇ, ਧੋਂਦੇ, ਹਰ ਟਾਈਮ ਤੁਹਾਡੇ ਅੰਤਰ ਦੇ ਵਿੱਚ ਸਿਮਰਨ ਚੱਲਦੇ ਹੋਣਾ ਚਾਹੀਦਾ। ਅੰਤਰ ਵਿੱਚ ਸਿਮਰਨ ਚੱਲਦੇ ਹੋਣਾ ਚਾਹੀਦਾ। ਠੀਕ ਹੈ, ਸਵਾਸਾਂ ਨਾਲ ਆਪਣਾ ਸਿਮਰਨ ਕਰਦੇ ਰਹੋ ਆਪਣਾ। ਠੀਕ ਹੈ, ਭਗਤੀ ਇਸ ਵਾਸਤੇ ਨਹੀਂ ਹੁੰਦੀ ਹੈ। ਤੁਸੀਂ ਛੋਟਾ ਮੁੱਲ ਨਾ ਭਗਤੀ ਦਾ ਲਾਓ, ਫਿਰ ਤੁਹਾਨੂੰ ਕਦੇ ਆਨੰਦ ਇੱਥੋਂ ਉੱਪਰ ਉੱਠੋਗੇ, ਇੱਥੋਂ ਉੱਪਰ ਉੱਠੋਗੇ ਤਾਂ ਹੀ ਤੁਹਾਨੂੰ ਅਸਲੀ ਆਨੰਦ ਦੀ, ਅਸਲੀ ਸੁੱਖ ਦੀ ਪ੍ਰਾਪਤੀ ਹੋਣੀ ਹੈ। ਸਬਰ ਰੱਖਿਆ ਕਰੋ, ਹੌਸਲਾ ਰੱਖਿਆ ਕਰੋ ਇਸ ਸਫ਼ਰ ਦੇ ਵਿੱਚ। ਇਹ 2-4 ਮਹੀਨਿਆਂ ਦੀ ਖੇਡ ਨਹੀਂ ਹੈਗੀ, ਇਹ 2-4 ਸਾਲਾਂ ਦੀ ਖੇਡ ਨਹੀਂ ਹੈਗੀ। ਇਹ ਜਦ ਤੱਕ ਜੀਵਨ ਹੈ ਤਦ ਤੱਕ ਚੱਲਦਾ ਹੀ ਰਹਿਣਾ। ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ ਆਪਣੀ, ਬਿਨਾਂ ਸਵਾਰਥ, ਬਿਨਾਂ ਸਵਾਲ ਦੇ ਭਗਤੀ ਕਰੋ। ਫਿਰ ਇਸ ਭਗਤੀ ਦਾ ਫਾਇਦਾ ਆ। ਬੰਦਗੀ ਕਰਨੀ ਸਿੱਖੋ, ਬੰਦਗੀ ਕਰਿਆ ਕਰੋ ਰੋਜ਼। ਸੰਸਾਰ ਦਾ ਅਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਦੇਈ ਨੇ, ਸੰਸਾਰ ਦਾ ਗਿਆਨ ਦੇਈ ਜਾ ਰਹੇ ਹਾਂ। ਅਧਿਆਤਮਿਕ ਗਿਆਨ ਵੀ ਨਾਲ ਨਾਲ ਦੇਣ ਦੀ ਕੋਸ਼ਿਸ਼ ਕਰੋ। ਆਪ ਵੀ ਸਿਮਰਨ ਕਰੋ, ਆਪਣੇ ਬੱਚਿਆਂ ਨੂੰ ਬਿਠਾ ਕੇ ਨਾਲ ਸਿਮਰਨ ਕਰਾਇਆ ਕਰੋ, ਉਹਨੂੰ ਆਦਤ ਪਾਓ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ, ਇਹਦੀ ਕੋਈ ਗਰੰਟੀ ਨਹੀਂ ਹੈਗੀ। ਸੰਸਾਰ 'ਚ ਬਹੁਤ ਕੰਡੇ ਨੇ, ਸੰਸਾਰ ਕੰਡਿਆਂ ਨਾਲ ਭਰਿਆ ਪਿਆ ਆ। ਕਿੰਨੇ ਤੁਸੀਂ ਕੰਡੇ ਇਕੱਠੇ ਕਰ ਸਕਦੇ ਹੋ। ਇਸ ਕਰਕੇ ਆਪਣੇ ਪੈਰਾਂ ਦੇ ਬੂਟ ਪਾ ਲਓ, ਤੁਹਾਡਾ ਕੰਡਿਆਂ ਤੋਂ ਬਚਾਅ ਹੋ ਜਾਵੇ। ਠੀਕ ਹੈ, ਭਗਤੀ ਤੁਸੀਂ ਆਪਣੇ ਵਾਸਤੇ ਕਰੋ, ਇਹ ਕਿਸੇ ਵਾਸਤੇ ਭਗਤੀ ਨਾ ਕਰੋ। ਇਹਦਾ ਫਾਇਦਾ ਤੁਹਾਨੂੰ ਹੈ, ਤੁਹਾਡੀ ਇਹ ਆਪਣੀ ਕਮਾਈ ਜਿਹੜਾ ਕੋਈ ਨਹੀਂ ਸਕਦਾ। ਜੇ ਤੁਸੀਂ ਰਿੱਧੀ ਸਿੱਧੀਆਂ ਕਰੋਗੇ, ਚਲੀਏ ਕੱਟੋਗੇ, 40 ਦਿਨ ਇਹਦੀ ਭਗਤੀ ਕਰ ਲਈ, 40 ਦਿਨ ਉਹਦੀ ਭਗਤੀ ਕਰ ਲਈ,
ਛਿੱਲੇ ਕੱਟੋਗੇ, ਇਹ ਭਗਤੀ ਕੋਈ ਨਾ ਕੋਈ ਤੁਹਾਡੇ ਖੋ ਸਕਦਾ, ਕੋਈ ਨਾ ਕੋਈ ਤੁਹਾਡਾ ਕੋਈ ਨਾ ਕੋਈ ਛਲ ਕਰ ਸਕਦਾ। ਪਰ ਜਿਹੜੀ ਨਾਮ ਦੀ ਕਮਾਈ ਆ, ਸੱਚੇ ਨਾਮ ਦੀ ਕਮਾਈ ਆ, ਉਹ ਤੁਹਾਡੇ ਕੋ ਦੁਨੀਆ ਦੀ ਕੋਈ ਵੀ ਤਾਕਤ ਖੋ ਨਹੀਂ ਸਕਦੀ। ਇਹ ਤੁਹਾਡੀ ਆਪਣੀ ਕਮਾਈ ਆ, ਜਿਹੜੀ ਇਹ ਪ੍ਰਭੂ ਦੇ ਘਰ ਤੱਕ ਤੁਹਾਡੇ ਨਾਲ ਜਾਣੀ ਆ। ਬਾਕੀ ਸੰਸਾਰ ਦੀ ਕਮਾਈ ਤੁਹਾਡੇ ਪਰਿਵਾਰ ਨੇ, ਤੁਹਾਡੇ ਬੱਚਿਆਂ ਨੇ ਖੋ ਲੈਣੀ ਆ। ਜਿਹੜੀ ਨਾਮ ਦੀ ਕਮਾਈ ਆ, ਬੰਦਗੀ ਦੀ ਕਮਾਈ ਆ, ਭਗਤੀ ਆ, ਇਹ ਤੁਹਾਡੀ ਆਪਣੀ ਕਮਾਈ ਆ। ਇਹ ਤੁਹਾਡੇ ਤੇ ਕੋਈ ਖੋ ਨਹੀਂ ਸਕਦਾ। ਜੇ ਤੁਸੀਂ ਦੂਜੇ ਤਰੀਕੇ ਬੰਦਗੀ ਕਰਦੇ ਹੋ, ਰਿੱਧੀ ਸਿੱਧੀਆਂ ਚੱਕਰ ਪਾਓਗੇ ਕਿ 40 ਦਿਨ ਇਹਦੀ ਭਗਤੀ ਕਰ ਲਈ, 40 ਦਿਨ ਉਹਦੀ ਭਗਤੀ ਕਰ ਲਈ, 40 ਦਿਨ ਇਹਦਾ ਸਿਮਰਨ ਕਰ ਲਿਆ, 40 ਦਿਨ ਉਹਦਾ ਸਿਮਰਨ ਕਰ ਲਿਆ, ਤਾਂ ਕਦੇ ਵੀ ਤੁਸੀਂ ਅਸਲੀ ਆਨੰਦ ਦੀ ਅਵਸਥਾ ਵਿੱਚ ਨਹੀਂ ਪਹੁੰਚ ਸਕਦੇ। ਇਹ ਜੋ 40 ਦਿਨ ਇਹਦੀ, 40 ਦਿਨ ਉਹਦੀ, 40 ਦਿਨ, ਇਹ ਅੱਖਾਂ ਤੋਂ ਨੀਚੇ ਨੀਚੇ ਦੇ ਸੌਦੇ ਨੇ। ਇਹਨਾਂ ਨੇ ਤੁਹਾਡੇ ਨਾਲ ਛਲ ਹੀ ਕਰਨਾ ਹੈ, ਤੁਹਾਨੂੰ ਧੋਖਾ ਹੀ ਦੇਣਾ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਇਹ ਕੋੜਾ ਸੱਚ ਆ। ਬਾਰ-ਬਾਰ ਹਰ ਵੀਡੀਓ ਦੇ ਵਿੱਚ ਮੈਂ ਕਹਿਣਾ, ਉਹ ਜਿੰਨੇ ਸੰਤ ਮਹਾਂਪੁਰਸ਼ ਆਏ, ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੇ ਜੋ ਕਰਮ ਅਸੀਂ ਕੀਤੇ ਨੇ, ਜੋ ਅਸੀਂ ਕਰਮ ਕੀਤੇ ਨੇ, ਸਾਨੂੰ ਉਹਦਾ ਭੁਗਤਾਨ ਕਰਨਾ ਹੀ ਪੈਣਾ। ਜੇ ਅਸੀਂ ਕੰਡੇ ਬੀਜੇ ਆ ਤਾਂ ਸਾਨੂੰ ਕੰਡੇ ਹੀ ਮਿਲਣੇ ਆ। ਜੇ ਅਸੀਂ ਮਾੜੇ ਕਰਮ ਕੀਤੇ, ਸਾਨੂੰ ਮਾੜਾ ਹੀ ਫਲ ਮਿਲਣਾ। ਜੇ ਅਸੀਂ ਚੰਗੇ ਕਰਮ ਕੀਤੇ, ਸਾਨੂੰ ਚੰਗਾ ਫਲ ਮਿਲਣਾ ਹੀ ਮਿਲਣਾ ਆ। ਇਹਦੇ ਵਿੱਚ ਸਾਨੂੰ ਕੋਈ ਬਚਾ ਨਹੀਂ ਸਕਦਾ। ਅਸੀਂ ਮਾੜੇ ਮੈਂ ਕਰਮ ਕੀਤੇ ਆ ਤੇ ਇਹਦਾ ਭੁਗਤਾਨ ਮੈਨੂੰ ਹੀ ਕਰਨਾ ਪੈਣਾ ਹੈ। ਦੁਨੀਆ 'ਚ ਇਹ ਜੀ ਕੋਈ ਤਾਕਤ ਨਹੀਂ ਹੈਗੀ ਕਿ ਜਿਹੜੀ ਤੁਹਾਨੂੰ ਉਸ ਕਰਮਾਂ ਤੋਂ ਬਚਾ ਸਕੇ, ਕਿਉਂਕਿ ਇਨਸਾਨ ਮਨੁੱਖ ਕਰਮਾਂ ਦੇ ਵਿੱਚ ਜਕੜਿਆ ਹੋਇਆ। ਇਹ ਕਰਮ ਭੂਮੀ ਹੈ, ਸੰਸਾਰ ਹੈ। ਇਨਸਾਨ ਕਰਮ ਜੂਨੀ ਦੇ ਵਿੱਚ ਆ। ਜਿਸ ਤਰ੍ਹਾਂ ਉਹ ਕਰਮ ਕਰੇਗਾ, ਉਹਨੂੰ ਉਸ ਤਰ੍ਹਾਂ ਦਾ ਫਲ ਮਿਲੇਗਾ। ਜੇ ਅਸੀਂ ਅੱਛਾ ਕਰਾਂਗੇ, ਸਾਨੂੰ ਅੱਛਾ ਹੀ ਮਿਲੇਗਾ। ਜੇ ਅਸੀਂ ਕਿਸੇ ਦਾ ਬੁਰਾ ਕਰਾਂਗੇ ਤਾਂ ਸਾਨੂੰ ਵੀ ਬੁਰਾ ਮਿਲੇਗਾ। ਕਿਸੇ ਨੂੰ ਦੁੱਖ ਦੇ ਕੇ ਕਿਸੇ ਦਾ ਭਲਾ ਨਹੀਂ ਹੁੰਦਾ। ਕਿਸੇ ਨੂੰ ਸੁੱਖ ਦੇ ਕੇ ਸ਼ਾਇਦ ਤੁਹਾਡਾ 1000 ਗੁਣਾ ਭਲਾ ਹੋ ਸਕਦਾ, 1000 ਗੁਣਾ ਸੁੱਖ ਤੁਹਾਨੂੰ ਮਿਲ ਸਕਦਾ। ਪਰ ਕਿਸੇ ਨੂੰ ਦੁੱਖ ਦੇ ਕੇ ਤੁਹਾਨੂੰ ਸੁੱਖ ਮਿਲੇ, ਇਹ ਕਦੇ ਨਹੀਂ ਹੋ ਸਕਦਾ। ਕਰਮਾਂ ਦਾ ਭੁਗਤਾਨ ਤੁਹਾਨੂੰ ਕਰਨਾ ਪੈਣਾ। ਇਹੋ ਜਿਹੀ ਦੁਨੀਆ 'ਚ ਕੋਈ ਤਾਕਤ ਨਹੀਂ ਜਿਹੜੀ ਤੁਹਾਨੂੰ ਬਚਾ ਸਕੇ। ਜਿੰਨੇ ਮਰਜ਼ੀ ਕਿਸੇ ਚੌਂਕੀਆਂ ਭਰ ਲਓ, ਜਿੰਨੇ ਮਰਜ਼ੀ ਕਿਸੇ ਡੇਰਿਆਂ ਤੇ ਤੁਸੀਂ ਗੇੜੇ ਕੱਢ ਲਓ, ਜਿੰਨੇ ਮਰਜ਼ੀ ਧਾਰਮਿਕ ਸਥਾਨਾਂ 'ਚ ਸਰੋਵਰਾਂ ਤੇ ਇਸ਼ਨਾਨ ਕਰ ਲਓ, ਜਿੰਨੇ ਮਰਜ਼ੀ ਨਦੀਆਂ ਵਿੱਚ ਨਹਾ ਲਓ, ਜਿੰਨੇ ਮਰਜ਼ੀ ਧਾਰਮਿਕ ਸਥਾਨਾਂ ਤੇ ਚਲੇ ਜਾਓ, ਤੁਹਾਨੂੰ ਕਰਮਾਂ ਤੋਂ ਕੋਈ ਬਚਾ ਨਹੀਂ ਸਕਦਾ। ਇਹ ਲਿਖ ਕੇ ਆਪਣੇ ਦਿਲ ਤੇ ਲਿਖ ਲਓ। ਇਹ ਜੇ ਤੁਸੀਂ ਕਰਮ ਕੀਤੇ ਆ, ਇਹਦਾ ਭੁਗਤਾਨ ਤੁਹਾਨੂੰ ਕਰਨਾ ਹੀ ਪੈਣਾ ਹੈ। ਜਿੰਨੇ ਮਰਜ਼ੀ ਤੁਸੀਂ ਯੰਤਰ ਬਣਾ ਲਓ, ਜਿੰਨੇ ਮਰਜ਼ੀ ਤੁਸੀਂ ਜਾਦੂ ਟੂਣੇ ਕਰ ਲਓ, ਜਿੰਨੇ ਮਰਜ਼ੀ ਤੁਸੀਂ ਉਪਾਏ ਕਰ ਲਓ, ਜਿੰਨੇ ਮਰਜ਼ੀ ਨੀਲੇ ਹਰੀਆਂ ਪੀਲੀਆਂ ਮੁੰਦਰੀਆਂ ਪਾ ਲਓ, ਜਿੰਨੇ ਮਰਜ਼ੀ ਪਾਣੀ 'ਚ ਨਾਰੀਅਲ ਬਹਾ ਲਓ, ਜਿੰਨੇ ਮਰਜ਼ੀ ਵੱਡੇ ਵੱਡੇ ਧਾਗੇ ਤਵੀਰ ਬੰਨ੍ਹ ਲਵੋ, ਇਹਦੇ ਨਾਲ ਹੱਲ ਨਹੀਂ ਹੋ ਸਕਦਾ। ਇਹ ਇੱਕ ਮਨ ਨੂੰ ਸਮਝਾਉਣ ਦੀਆਂ ਗੱਲਾਂ ਆ। ਇਹਨਾਂ ਤੁਹਾਡੇ ਨਾਲ ਹੱਲ ਨਹੀਂ ਕਿਸੇ ਨੇ ਕਰਨਾ। ਜੇ ਤੁਸੀਂ ਮਾੜੇ ਕਰਮ ਕੀਤੇ ਆ, ਕੰਡੇ ਬੀਜੇ ਆ, ਤਾਂ ਉੱਥੇ ਅੰਬ ਕੌਣ ਲਗਾਏਗਾ? ਜੇ ਆਪਾਂ ਕੰਡੇ ਬੀਜੇ ਆ, ਉੱਥੇ ਅੰਬ ਲੱਗ ਸਕਦੇ ਆ? ਨਹੀਂ ਲੱਗ ਸਕਦੇ। ਜੇ ਮੈਂ ਕਿਸੇ ਦਾ ਮਾੜਾ ਕੀਤਾ, ਮੇਰਾ ਭਲਾ ਹੋ ਸਕਦਾ? ਨਹੀਂ ਹੋ ਸਕਦਾ। ਇਹੋ ਜਿਹੀ ਦੁਨੀਆ 'ਚ ਕੋਈ ਕਿਤਾਬ ਨਹੀਂ ਹੈਗੀ, ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਕਰਮਾਂ ਤੋਂ ਬਚਾ ਸਕੇ। ਪਰ ਇੱਕ ਨਾਮ
ਪ੍ਰਭੂ ਦਾ ਨਾਮ, ਪ੍ਰਭੂ ਦੀ ਭਗਤੀ, ਨਾਮ ਸਿਮਰ ਦੀ ਕਮਾਈ ਇੱਕ ਇਹੋ ਜਿਹੀ ਤਾਕਤ ਆ, ਤੁਹਾਨੂੰ ਵੱਡੇ ਵੱਡੇ ਕਰਮਾਂ ਤੋਂ ਬਚਾ ਸਕਦੀ ਆ। ਭੁਗਤਾਨ ਤੁਹਾਨੂੰ ਕਰਨਾ ਪੈਣਾ, ਪਰ ਸੂਲੀ ਦੇ ਸੂਲ ਬਣ ਜਾਣੇ ਆ। ਵੱਡੇ ਦੁੱਖ ਹੁੰਦੇ, ਛੋਟੇ ਦੁੱਖ ਹੋ ਜਾਣੇ ਆ, ਸੂਲੀ ਦੇ ਸੂਲ ਬਣ ਜਾਣੇ ਆ, ਪਰ ਫਿਰ ਵੀ ਤੁਹਾਨੂੰ ਕਰਮਾਂ ਦਾ ਭੁਗਤਾਨ ਕਰਨਾ ਹੀ ਪੈਣਾ ਆ। ਨਾਮ ਦੀ ਤਾਕਤ, ਭਗਤੀ ਦੀ ਤਾਕਤ ਤੁਹਾਨੂੰ ਇਹ ਕਰਮਾਂ ਤੋਂ ਥੋੜਾ ਬਚਾ ਸਕਦੀ ਆ। ਸੂਲੀ ਦੇ ਸੂਲ ਬਣ ਜਾਓਗੇ, ਹਵਾ ਦੇ ਝੋਂਕੇ ਨੂੰ ਦੁੱਖ ਆਓਗੇ ਤੇ ਚਲੇ ਜਾਓਗੇ, ਤੁਹਾਨੂੰ ਪਤਾ ਨਹੀਂ ਲੱਗਣਾ, ਪਰ ਭੁਗਤਾਨ ਤੁਹਾਨੂੰ ਕਰਨਾ ਪੈਣਾ ਹੀ ਪੈਣਾ ਆ। ਆਪਣੀ ਭਗਤੀ ਜਿਹੜੀ ਤੁਸੀਂ ਕਰਦੇ ਹੋ, ਰੋਜ਼ ਸਿਮਰਨ ਕਰਦੇ ਹੋ, ਇਹ ਕਾਰੋਬਾਰ ਚਲਾਉਣ ਵਾਸਤੇ ਨਹੀਂ ਭਗਤੀ ਹੁੰਦੀ ਕਿ ਅੱਜ ਮੈਂ 5 ਵਾਰ ਪਾਠ ਕੀਤਾ ਜੀ ਮੇਰਾ ਕਾਰੋਬਾਰ ਚੱਲ ਜਾਊਗਾ। ਮੈਂ ਰੋਜ਼ ਰੋਜ਼ 1 ਘੰਟਾ ਸਿਮਰਨ ਕਰਨ ਲੱਗ ਗਿਆ ਕਿ ਮੇਰੇ ਘਰ ਸੁਖ ਸ਼ਾਂਤੀ ਹੋ ਜਾਏਗੀ। ਮੈਂ ਰੋਜ਼ ਸਿਮਰਨ ਕਰਨ ਲੱਗ ਗਿਆ, ਮੇਰੇ ਗੱਡੀਆਂ ਆ ਜਾਣੀਆਂ, ਮੈਨੂੰ ਪੈਸਾ ਮਿਲ ਜਾਣਾ। ਇਦਾਂ ਕੁਝ ਨਹੀਂ ਹੋਣ ਵਾਲਾ ਹੈਗਾ। ਜਿਹੜੀ ਭਗਤੀ ਹੈ, ਜਿਹੜੇ ਨਾਮ ਸਿਮਰਨ ਦੀ ਕਮਾਈ ਆ, ਇਹ ਰੱਬ ਨੂੰ ਪਾਉਣ ਵਾਸਤੇ ਹੁੰਦੀ ਭਗਤੀ, ਮੁਕਤੀ ਪ੍ਰਾਪਤ ਕਰਨ ਵਾਸਤੇ ਹੁੰਦੀ ਭਗਤੀ। ਇਹਨੂੰ ਸੰਸਾਰ ਦੇ ਨਾਲ ਨਾ ਤੋਲੋ। ਸੰਸਾਰ ਇੱਕ ਅਲੱਗ ਚੀਜ਼ ਆ, ਇਹ ਇੱਕ ਅਲੱਗ ਚੀਜ਼ ਆ। ਰੱਬ ਤੇ ਜੱਬ ਦੋਨੋਂ ਇਕੱਠੇ ਨਹੀਂ ਹੋ ਸਕਦੇ। ਭਗਤੀ ਨੂੰ ਸੰਸਾਰ ਦੇ ਨਾਲ ਨਾ ਜੋੜੋ, ਸੰਸਾਰ ਦੇ ਕੰਮਾਂ ਦੇ ਨਾਲ ਨਾ ਜੋੜੋ ਭਗਤੀ ਨੂੰ। ਕਈ ਲੋਕ ਹੌਸਲਾ ਨਹੀਂ ਰੱਖਦੇ, ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਰੱਖਦੇ, ਭਰੋਸਾ ਨਹੀਂ ਰੱਖਦੇ, ਸਿਮਰਨ ਕਰਨ ਲੱਗ ਜਾਂਦੇ, ਰੋਜ਼ ਅਭਿਆਸ ਕਰਦੇ ਆ, ਪਰ ਜਦੋਂ ਘਰ ਵਿੱਚ ਦੁੱਖ ਆਉਂਦਾ, ਕੋਈ ਤਕਲੀਫ ਆ ਜਾਂਦੀ ਆ, ਤੇ ਅਸੀਂ ਭਗਤੀ ਕਰਨਾ ਛੱਡ ਦਿੰਦੇ ਆ। ਸਾਡਾ ਕੰਮਕਾਰ ਨਹੀਂ ਚੱਲਦਾ, ਅਸੀਂ ਭਗਤੀ ਕਰਨਾ ਛੱਡ ਦਿੰਦੇ ਆ। ਸਾਡੇ ਮੁੰਡੇ ਕੁੜੀਆਂ ਦੇ ਵਿਆਹ ਨਹੀਂ ਹੁੰਦੇ ਤਾਂ ਅਸੀਂ ਭਗਤੀ ਕਰਨਾ ਛੱਡ ਦਿੰਦੇ ਆ। ਘਰ 'ਚ ਕੋਈ ਬਿਮਾਰੀ ਆ ਜਾਂਦੀ ਤੇ ਅਸੀਂ ਭਗਤੀ ਕਰਨਾ ਛੱਡ ਦਿੰਦੇ ਆ। ਭਗਤੀ ਤੁਸੀਂ ਆਪਣੇ ਵਾਸਤੇ ਕਰਨੀ ਆ, ਬੰਦਗੀ ਤੁਸੀਂ ਆਪਣੇ ਵਾਸਤੇ ਕਰਨੀ ਆ। ਭਗਤੀ ਨੂੰ ਸੰਸਾਰ ਦੇ ਨਾਲ ਤੋਲੋ। ਇੱਕ ਵਾਰ ਦਾਸ ਦੇ ਕਹੇ ਅਨੁਸਾਰ ਮੈਂ ਆਪਣਾ ਅਨੁਭਵ ਸਾਂਝਾ ਕਰਨ ਲੱਗਾ ਤੁਹਾਡੇ ਨਾਲ। ਬਿਨਾਂ ਸਵਾਰਥ ਦੇ, ਬਿਨਾਂ ਸਵਾਲਾਂ ਦੇ, ਬਿਨਾਂ ਇੱਛਾਵਾਂ ਤੇ ਰੋਜ਼ ਭਗਤੀ ਕਰੋ। ਰੋਜ਼ 2.5-3 ਘੰਟੇ ਦੀ ਇੱਕ ਸੀਟਿੰਗ ਬਣਾਓ ਆਪਣੀ, ਰੋਜ਼ ਸਿਮਰਨ ਕਰੋ ਆਪਣਾ। ਇੱਥੇ ਦੇਖਣ ਦੀ ਕੋਸ਼ਿਸ਼ ਕਰੋ, ਰੋਜ਼ ਅਭਿਆਸ ਕਰੋ ਆਪਣਾ। ਤੁਸੀਂ ਕੋਈ ਅਰਦਾਸ ਨਹੀਂ ਕਰਨੀ, ਕੋਈ ਬੇਨਤੀ ਨਹੀਂ ਪ੍ਰਭੂ ਨੂੰ ਕਰਨੀ। ਤੁਸੀਂ ਬਸ ਰੋਜ਼ ਭਗਤੀ ਕਰਨੀ ਤੇ ਆਪਣੇ ਭੁੱਲ ਜਾਣਾ ਉਹ ਸੰਸਾਰ ਦੇ ਕੰਮ ਧੰਦੇ ਕਰੋ ਆਪਣੇ। ਆਪਣਾ ਨਿਯਮ ਪੱਕਾ ਕਰ ਲਓ। ਚੱਲਦੇ ਫਿਰਦੇ ਕੰਮਕਾਰ ਕਰਦੇ ਅੰਤਰ ਆਪਣੇ ਸਿਮਰਨ ਕਰਦੇ ਰਹੋ। ਠੀਕ ਹੈ ਨਾ? ਕਰੋਗੇ ਹੌਲੀ ਹੌਲੀ ਤੁਹਾਨੂੰ ਕੋਈ ਨਾ ਕੁਝ ਮਹਿਸੂਸ ਹੋਊਗਾ, ਅਨੁਭਵ ਹੋਵੇਗਾ। ਜਦੋਂ ਤੁਸੀਂ ਉਸ ਗੁਰੂ ਦੇ ਹੁਕਮ ਅਨੁਸਾਰ ਭਗਤੀ ਕਰੋਗੇ, ਪਰਮਾਤਮਾ ਦੀ ਅਨੁਸਾਰ ਤੁਸੀਂ ਭਗਤੀ ਕਰੋਗੇ, ਰੋਜ਼ ਅਭਿਆਸ ਕਰੋਗੇ, ਤਾਂ ਇੱਕ ਦਿਨ ਇਹੋ ਜਿਹਾ ਸਮਾਂ ਆਊਗਾ ਕਿ ਤੁਹਾਨੂੰ ਕੋਈ ਵੀ ਗੱਲ ਕਹਿਣ ਦੀ ਜ਼ਰੂਰਤ ਨਹੀਂ ਪੈਣੀ। ਤੁਹਾਡੇ ਕੋਈ ਮਨ ਵਿੱਚ ਕੋਈ ਖਿਆਲ ਆਇਆ ਸੰਸਾਰ ਦੀ ਕਿਸੇ ਚੀਜ਼ ਦਾ, ਉਹ ਖਿਆਲ ਹੈ ਜਦੀ ਉਹਨੇ ਪੂਰਾ ਕਰ ਦੇਣਾ। ਤੁਹਾਡੇ ਕਾਰੋਬਾਰ ਆਪ ਹੀ ਚੱਲਣ ਲੱਗ ਜਾਣੇ। ਤੁਹਾਡਾ ਪਰਿਵਾਰ ਖੁਸ਼, ਆਪਣੇ ਆਪ ਹੋਣ ਲੱਗ ਪੈਣਾ। ਤੁਹਾਨੂੰ ਆਨੰਦ ਮਿਲਣ ਲੱਗ ਪੈਣਾ, ਤੁਹਾਨੂੰ ਖੁਸ਼ੀਆਂ ਮਿਲਣ ਲੱਗ ਜਾਣੀਆਂ ਆਪਣੇ ਆਪ ਆਟੋਮੈਟਿਕ। ਇੱਕ ਵਾਰ ਨਿਸ਼ਕਾਮ ਭਗਤੀ ਕਰਕੇ ਦੇਖੋ। ਪ੍ਰਭੂ ਕਹਿ ਰਿਹਾ, ਪਰਮਾਤਮਾ ਕਹਿ ਰਿਹਾ ਕਿ ਬੇਟੇ ਜੋ ਮੈਂ ਕਹਿ ਰਿਹਾ ਉਹ ਕਰ। ਮਤਲਬ ਰੋਜ਼ ਭਗਤੀ ਕਰੋ, ਰੋਜ਼ ਸਿਮਰਨ ਕਰਦੇ ਰਹੋ, ਅਭਿਆਸ ਕਰਦੇ ਰਹੋ। 2.5-3 ਘੰਟੇ ਦੀ ਘੱਟੋ ਘੱਟ ਤੁਹਾਡੀ ਸੀਟਿੰਗ ਹੋਣੀ ਚਾਹੀਦੀ ਰੋਜ਼ ਦੀ। ਰੋਜ਼ ਸਿਮਰਨ ਕਰਦੇ ਰਹੋ। ਪ੍ਰਭੂ ਕਹਿ ਰਿਹਾ ਜੋ ਮੈਂ ਕਹਿ ਰਿਹਾ ਉਹ ਕਰ। ਮਤਲਬ ਉਹ ਕਹਿ ਰਿਹਾ ਕਿ ਭਗਤੀ ਕਰ। ਰੋਜ਼ ਤੁਸੀਂ ਬਿਨ ਨਾਗਾ, ਬਿਨਾਂ ਛੁੱਟੀ ਰੋਜ਼ ਅਭਿਆਸ ਕਰਦੇ ਰਹੋ। ਇੱਕ ਦਿਨ ਇਹੋ ਜਿਹਾ ਸਮਾਂ ਆਵੇਗਾ ਜੋ ਤੂੰ ਕਹੇਗਾ ਉਹ ਮੈਂ ਕਰੂੰਗਾ। ਫਿਰ ਪ੍ਰਭੂ ਫਿਰ ਕਹਿ ਰਿਹਾ ਦੁਬਾਰਾ, ਪਰਮਾਤਮਾ ਉਹ ਰੱਬ ਫਿਰ ਕਹਿ ਰਿਹਾ ਕਿ ਜੋ ਤੂੰ ਕਹੇਗਾ ਉਹ ਮੈਂ ਕਰੂੰਗਾ। ਫਿਰ ਇੱਕ ਦਿਨ ਇਹੋ ਜਿਹਾ ਸਮਾਂ ਆਊਗਾ, ਫਿਰ ਤੁਸੀਂ ਜੋ ਕਹੋਗੇ ਉਹ ਪਰਮਾਤਮਾ ਕਰੇਗਾ। ਪਰ ਜਦ ਤੱਕ ਤੁਸੀਂ ਆਪਣਾ ਨਿਯਮ ਅਨੁਸਾਰ ਰੋਜ਼ ਭਗਤੀ ਕਰਦੇ ਰਹੋ।
ਰੋਜ਼ ਸਿਮਰਨ ਕਰਦੇ ਰਹੋ। ਫਿਰ ਦੁਨੀਆ ਦੇ ਪਦਾਰਥ, ਦੁਨੀਆ ਦਾ ਐਸ਼ੋ ਆਰਾਮ ਤੁਹਾਡੇ ਅੱਗੇ ਪਿੱਛੇ ਘੁੰਮਣਾ, ਤੁਹਾਨੂੰ ਬੈਠੇ ਬੈਠੇ ਸਭ ਕੁਝ ਮਿਲਣਾ। ਇੱਕ ਵਾਰ ਨਿਸ਼ਕਾਮ ਭਗਤੀ ਕਰਕੇ ਦੇਖੋ, ਰੋਜ਼ਾਨਾ ਸਿਮਰਨ ਕਰਕੇ ਦੇਖੋ, ਤੁਹਾਡੇ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਣੀਆਂ, ਸਾਰੇ ਦੁੱਖ ਦਰਦ ਖਤਮ ਹੋ ਜਾਣੇ। ਸਰੈਂਡਰ ਕਰ ਦਿਓ, ਆਪਣਾ ਆਪ ਸਮਰਪਣ ਕਰ ਦਿਓ। ਆਪਾਂ ਲੋਕਾਂ ਦੀ ਪੁੱਛਾ ਕੱਢਣ ਵਾਸਤੇ ਭਗਤੀ ਨਹੀਂ ਕਰਨੀ, ਲੋਕਾਂ ਨੂੰ ਧਾਗੇ ਤਵੀਤ ਬਣਾਉਣ ਵਾਸਤੇ ਭਗਤੀ ਨਹੀਂ ਕਰਨੀ, ਲੋਕਾਂ ਨੂੰ ਯੰਤਰ ਬਣਾਉਣ ਵਾਸਤੇ ਨਹੀਂ ਭਗਤੀ ਕਰਨੀ, ਲੋਕਾਂ ਦੇ ਹੱਲ ਕਰਨ ਵਾਸਤੇ ਨਹੀਂ ਭਗਤੀ ਕਰਨੀ, ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਸਤੇ ਭਗਤੀ ਨਹੀਂ ਕਰਨੀ। ਭਗਤੀ ਉਸ ਨੂੰ ਪਾਉਣ ਵਾਸਤੇ ਕਰਨੀ ਆ, ਉਸ ਅੱਲਾਹ ਵਾਹਿਗੁਰੂ ਨੂੰ ਪਾਉਣ ਵਾਸਤੇ ਕਰਨੀ ਆ, ਉਹਨੂੰ ਮਿਲਣ ਵਾਸਤੇ ਕਰਨੀ ਆ, ਮੁਕਤੀ ਪ੍ਰਾਪਤ ਕਰਨ ਵਾਸਤੇ ਕਰਨੀ ਆ। ਆਪਣਾ ਰਾਸਤਾ ਸਹੀ ਕਰ ਲਓ, ਥੋੜਾ ਹੌਸਲਾ ਰੱਖਿਆ ਕਰੋ, ਹਿੰਮਤ ਰੱਖਿਆ ਕਰੋ, ਵਿਸ਼ਵਾਸ ਕਰੋ ਆਪਣੇ ਗੁਰੂ ਤੇ, ਭਰੋਸਾ ਰੱਖੋ ਆਪਣੇ ਗੁਰੂ ਤੇ। ਰੋਜ਼ ਭਗਤੀ ਕਰੋ, ਰੋਜ਼। ਇੱਕ ਕਲਾਸ ਪਾਸ ਕਰਨ ਨੂੰ 365 ਦਿਨ ਲੱਗਦੇ ਆ, ਫਿਰ ਦੂਜੀ ਕਲਾਸ ਦੇ ਵਿੱਚ। ਇਸੇ ਤਰ੍ਹਾਂ ਤੁਸੀਂ ਰੋਜ਼ ਅਭਿਆਸ ਕਰੋਗੇ, ਰੋਜ਼ ਨਿਯਮ ਅਨੁਸਾਰ ਭਗਤੀ ਕਰੋਗੇ, ਹੌਲੀ ਹੌਲੀ ਉੱਪਰ ਉੱਠਣਾ ਸ਼ੁਰੂ ਹੋ ਜਾਓਗੇ। ਇਹ ਤੋਂ ਉੱਪਰ ਆਣਾ ਆਪਾਂ, ਇੱਥੇ ਸਦਾ ਸਦਾ ਦਾ ਆਨੰਦ ਆ। ਜਦ ਤੱਕ ਤੁਸੀਂ ਨੀਚੇ ਹੋ, ਤੁਹਾਡੇ ਰਿੱਧੀ ਸਿੱਧੀ ਆਇਆ ਨਹੀਂ ਤੁਹਾਡੇ ਕੋਲ, ਤੁਹਾਡੇ ਕੁਛ ਨਾ ਕੁਛ ਦਿਖਣ ਲੱਗ ਪੈਣਾ, ਕੁਛ ਨਾ ਕੁਛ ਮਹਿਸੂਸ ਹੋਣ ਲੱਗ ਪੈਣਾ, ਹੈ ਨਾ। ਕੱਲ ਕੀ ਹੋਣਾ ਪਤਾ ਲੱਗਣਾ, ਆਂਢ ਗੁਆਂਢ ਕੀ ਹੋਣਾ ਪਤਾ ਲੱਗਣ ਲੱਗ ਜਾਣਾ। ਪਰ ਇਹ ਦੱਸਣਾ ਨਹੀਂ, ਇਹ ਮੁੱਠੀ ਬੰਦ ਰੱਖਣੀ ਆ, ਚੁੱਪ ਰਹਿਣਾ। ਜਿੰਨਾ ਚੁੱਪ ਰਹੋਗੇ ਓਨਾ ਵਧੀਆ ਤੁਸੀਂ ਅੱਗੇ ਵਧੋਗੇ। ਚੁੱਪ ਰਹਿਣਾ, ਬਸ ਗੂੰਗੇ ਬਣ ਜਾਓ। ਉਹ ਤੁਸੀਂ ਭਗਤੀ ਕਰਦੇ ਹੋ, ਸਿਮਰਨ ਕਰਦੇ ਹੋ, ਕਿਸੇ ਨੂੰ ਆਪਣੀ ਝੂਠਾ ਪ੍ਰਸ਼ਾਦਾ ਨਹੀਂ ਦੇਣਾ, ਨਾ ਹੀ ਕਿਸੇ ਦਾ ਝੂਠਾ ਖਾਣਾ। ਆਪਣੀ ਰੋਟੀ ਅਲੱਗ ਖਾਣੀ ਹੈ, ਠੀਕ ਹੈ। ਛੋਟੀ ਛੋਟੀ ਗੱਲਾਂ ਹੈ ਧਿਆਨ ਦੇਣ ਯੋਗ ਆ। ਨਿਸ਼ਕਾਮ ਭਗਤੀ ਕਰਨੀ ਆ, ਬਿਨਾਂ ਸਵਾਲਾਂ ਦੇ, ਬਿਨਾਂ ਇੱਛਾਵਾਂ ਦੇ, ਬਿਨਾਂ ਜ਼ਰੂਰਤਾਂ ਦੇ ਭਗਤੀ ਕਰਨੀ ਆ। ਨਿਯਮ ਅਨੁਸਾਰ ਭਗਤੀ ਕਰੋ ਔਰ ਭੁੱਲ ਜਾਓ। ਫਿਰ ਆਪਣੇ ਸੰਸਾਰ ਦੇ ਕੰਬੇ ਧੰਦੇ ਕਰੋ। ਦੂਸਰਾ ਕਿ ਰੋਟੀ, ਆਪਣੀ ਝੂਠੀ ਰੋਟੀ ਕਿਸੇ ਨੂੰ ਨਹੀਂ ਦੇਣੀ, ਝੂਠਾ ਪ੍ਰਸ਼ਾਦਾ ਕਿਸੇ ਨੂੰ ਨਹੀਂ ਦੇਣਾ, ਨਾ ਹੀ ਕਿਸੇ ਦਾ ਝੂਠਾ ਖਾਣਾ, ਨਾ ਹੀ ਤੁਸੀਂ ਝੂਠਾ ਦੇਣਾ। ਜਿਹੜਾ ਭਗਤੀ ਕਰਦਾ, ਪ੍ਰਭੂ ਦੀ ਜਿਹੜੇ ਬੰਦਗੀ ਕਰਦਾ, ਠੀਕ ਆ। ਦੂਸਰਾ ਜੋ ਵੀ ਅੰਦਰ ਅਨੁਭਵ ਹੁੰਦਾ, ਇਹਨੂੰ ਆਪਣੇ ਅੰਦਰ ਰੱਖਿਆ ਕਰੋ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਜੋ ਵੀ ਦੇਵੀ ਦੇਵਤਾ ਦਰਸ਼ਨ ਦਿੰਦਾ, ਪੀਰ ਪੈਗੰਬਰ ਦਰਸ਼ਨ ਦਿੰਦਾ, ਗੁਰੂ ਮਹਾਰਾਜ ਸੰਤ ਮਹਾਂਪੁਰਖ ਦਰਸ਼ਨ ਦਿੰਦੇ ਆ, ਠੀਕ ਹੈ ਨਾ, ਉਹਨੂੰ ਆਪਣੇ ਅੰਦਰ ਰੱਖਿਆ ਕਰੋ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਜਿੰਨਾ ਆਪਣਾ ਯਾਦ ਦਾ ਪਰਦਾ ਰੱਖੋਗੇ ਓਨਾ ਹੀ ਅੱਗੇ ਵਧੋਗੇ ਤੁਸੀਂ। ਜੇ ਤੁਸੀਂ ਆਪਣਾ ਸੁਪਨਿਆਂ ਨੂੰ ਕਿਸੇ ਨੂੰ ਦੱਸੋਗੇ, ਆਪਣੇ ਅਨੁਭਵ ਨੂੰ, ਅੰਦਰ ਦੇ ਅਨੁਭਵ ਕਿਸੇ ਨੂੰ ਦੱਸੋਗੇ, ਤਾਂ ਤੁਹਾਡਾ ਪਰਦਾ ਪੈ ਜਾਣਾ। ਫਿਰ ਇਸ ਅੱਗੇ ਪਰਦਾ ਪੈ ਜਾਣਾ, ਫਿਰ ਤੁਸੀਂ ਕੋਸ਼ਿਸ਼ ਕਰਨੀ, ਉਹ ਖੁੱਲਣਾ ਨਹੀਂ ਹੈਗਾ, ਕਾਫੀ ਸਮਾਂ ਲੱਗ ਜਾਣਾ। ਆਪਣਾ ਅਨੁਭਵ ਆਪਣੇ ਅੰਦਰ ਰੱਖਣਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣਾ ਆਨੰਦ ਲਓ, ਠੀਕ ਹੈ, ਆਪਣੀ ਸੁੱਖ ਲਓ, ਆਨੰਦ ਲਓ ਆਪਣਾ, ਬਸ। ਇਹ ਤੁਹਾਡੀ ਭਗਤੀ ਤੁਹਾਡੇ ਵਾਸਤੇ ਆ, ਠੀਕ ਹੈ, ਆਪਣੇ ਆਪ ਨੂੰ ਜਾਣਨ ਵਾਸਤੇ ਆ, ਪਹਿਚਾਨਣ ਵਾਸਤੇ ਆ, ਠੀਕ ਹੈ। ਅਸੀਂ ਲੋਕ ਥੋੜ੍ਹੀਆਂ ਬਹੁਤੀਆਂ ਅੱਜ ਕੱਲ੍ਹ ਮੁੰਡੇ ਖੁੰਡੇ ਭਗਤੀਆਂ ਕਰਦੇ ਆ, ਹੈ ਨਾ, ਉਹ ਇਸੇ ਕੰਮਾਂ ਵਾਸਤੇ ਕਰਦੇ ਆ ਕਿ ਅਸੀਂ ਬਾਬੇ ਬਣ ਜਾਈਏ, ਅਸੀਂ ਲੋਕਾਂ ਦੇ ਹੱਲ ਕਰੀਏ। ਪੈਸਾ ਕਮਾਉਣ ਵਾਸਤੇ ਭਗਤੀ ਕਰਨ ਲੱਗ ਗਏ ਲੋਕ ਅੱਜ ਕੱਲ੍ਹ। ਇਸ ਕੰਮ ਵਾਸਤੇ ਭਗਤੀ ਨਹੀਂ ਹੁੰਦੀ, ਇਹ ਗਲਤ ਰਸਤਾ ਹੈ, ਇਸ ਰਸਤੇ ਨਹੀਂ ਕਿਸੇ ਨੇ ਜਾਣਾ, ਠੀਕ ਹੈ। ਉਹਦੇ ਨਾਲ ਪ੍ਰੇਮ ਕਰੋ। ਜਿਨ੍ਹਾਂ ਦੀ ਤੁਸੀਂ ਆਰਾਧਨਾ ਕਰਦੇ ਹੋ, ਦੇਵੀ ਦੇਵਤਾ ਨੂੰ ਪੂਜਦੇ ਹੋ, ਪੀਰ ਪੈਗੰਬਰਾਂ ਨੂੰ ਪੂਜਦੇ ਹੋ, ਗੁਰੂ ਮਹਾਰਾਜ ਦੀ ਪੂਜਾ ਕਰਦੇ ਹੋ, ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ, ਉਹਨੂੰ ਮਿਲਣ ਦੀ ਕੋਸ਼ਿਸ਼ ਕਰੋ। ਦੇਖੋ ਤਾਂ ਸਹੀ, ਜਿਹਦੇ ਅਸੀਂ ਰੋਜ਼ ਜੋਤ ਜਗਾਉਂਦੇ ਹਾਂ, ਜਿਹਦੇ ਅੱਗੇ ਧੂਫ ਲਗਾਉਂਦੇ ਹਾਂ, ਉਹ ਕਿੱਦਾਂ ਦਾ ਹੈਗਾ। ਮਨ 'ਚ ਤੁਹਾਡੇ ਕਿਤੇ ਵਿਚਾਰ ਨਹੀਂ ਆਉਂਦਾ,
ਕਦੇ ਤੁਹਾਡੇ ਅੰਦਰ ਤੜਫ ਨਹੀਂ ਪੈਦਾ ਹੁੰਦੀ, ਤੁਹਾਡੇ ਅੰਦਰ ਪ੍ਰੇਮ ਨਹੀਂ ਜਾਗਦਾ ਕਿ ਮੈਂ ਉਹਨੂੰ ਦੇਖਾਂ, ਉਹ ਕਿੱਦਾਂ ਦੇ ਹੈਗੇ ਆ, ਕਿੰਨਾ ਸੋਹਣਾ ਰੂਪ ਆ। ਮਹਾਮਾਈ ਨੂੰ ਕਿਹਾ ਕਰੋ, ਮਾਂ ਤੂੰ ਕਿੰਨੀ ਸੋਹਣੀ ਆ, ਇੱਥੇ ਸੋਹਣੀ ਆ ਕਿ ਤੂੰ ਜ਼ਿਆਦਾ ਸੋਹਣੀ ਆ, ਮੈਨੂੰ ਦਰਸ਼ਨ ਤਾਂ ਦੇ, ਮੈਂ ਤੈਨੂੰ ਦੇਖਣਾ ਚਾਹੁੰਦਾ, ਮੈਂ ਤੈਨੂੰ ਮਿਲਣਾ ਚਾਹੁੰਦਾ, ਤੇਰੇ ਨਾਲ ਗੱਲਾਂ ਕਰਨਾ ਚਾਹੁੰਦਾ। ਪੀਰਾਂ ਫਕੀਰਾਂ ਦੀ ਕੋਈ ਭਗਤੀ ਕਰਦਾ, ਲਾਲ ਵਾਲੇ ਪੀਰ ਨੂੰ ਮੰਨਦਾ ਕੋਈ ਬਾਪੂ ਮੈਂ ਤੈਨੂੰ ਪਿਆਰ ਕਰਦਾ ਹਾਂ, ਤੈਨੂੰ ਮੈਂ ਮਿਲਣਾ ਚਾਹੁੰਦਾ, ਤੂੰ ਕਿੰਨਾ ਸੋਹਣਾ ਹੈ, ਇਹ ਤੋਂ ਸੋਹਣਾ ਕਿ ਤੂੰ ਜ਼ਿਆਦਾ ਸੋਹਣਾ ਹੈ। ਇੱਦਾਂ ਛੋਟੀ ਛੋਟੀ ਗੱਲਾਂ ਕਰਿਆ ਕਰੋ, ਠੀਕ ਹੈ ਨਾ। ਉਹਨੂੰ ਮਿਲਣ ਦੀ ਕੋਸ਼ਿਸ਼ ਕਰੋ, ਫਿਰ ਗੱਲ ਬਣਨੀ ਹੈ। ਆਪਣੇ ਅੰਦਰ ਤੜਫ ਪੈਦਾ ਕਰੋ, ਉਹਨੂੰ ਮਿਲਣ ਦੀ ਤੜਫ ਪੈਦਾ ਕਰੋ। ਕਿੱਦਾਂ ਮਿਲਣਾ, ਦੇਖੋ ਹੁਣ ਦੇਖਣ ਦੀ ਕੋਸ਼ਿਸ਼ ਕਰੋ। ਤੁਸੀਂ ਸੰਸਾਰ 'ਚ ਚੀਜ਼ਾਂ ਹੀ ਮੰਗਦੇ ਰਹਿਣਾ, ਮੈਨੂੰ ਆਹ ਦੇ ਦੇ, ਮੈਨੂੰ ਮੁੰਡਾ ਚਾਹੀਦਾ, ਮੈਨੂੰ ਪੈਸਾ ਦੇ ਦੇ, ਮੇਰਾ ਕਾਰੋਬਾਰ ਚਲਾ ਦੇ। ਕਦੇ ਉਹਨੂੰ ਵੀ ਮੰਗ ਲਓ ਜਿਹਦੀ ਅਸੀਂ ਆਰਾਧਨਾ ਕਰਦੇ ਹਾਂ, ਜਿਹਦੇ ਅਸੀਂ ਮੰਦਰਾਂ ਦੇ ਘੰਟੇ ਖੜਕਾਉਂਦੇ ਹਾਂ, ਦਰਵਾਜ਼ੇ ਖੜਕਾਉਂਦੇ ਹਾਂ, ਉਹਨੂੰ ਵੀ ਮੰਗ ਲਓ, ਠੀਕ ਹੈ ਨਾ। ਜੇ ਉਹੀ ਸਾਡਾ ਹੋ ਗਿਆ ਤਾਂ ਸਾਰਾ ਕੁਝ ਸਾਡਾ ਹੀ ਹੈ, ਫਿਰ ਸਾਨੂੰ ਮੰਗਣ ਦੀ ਲੋੜ ਪੈਣੀ ਹੈ। ਜੇ ਉਹ ਦੇਣ ਵਾਲਾ ਹੀ ਸਾਡਾ ਹੋ ਗਿਆ, ਦੇਣ ਵਾਲੀ ਸਾਡੇ ਕੋਲ ਆ ਕੇ ਬਹਿ ਗਿਆ, ਫਿਰ ਸਾਨੂੰ ਮੰਗਣ ਦੀ ਲੋੜ ਪੈਣੀ ਹੈ? ਨਹੀਂ ਮੰਗਣ ਦੀ ਲੋੜ ਪੈਣੀ, ਠੀਕ ਹੈ ਨਾ। ਇੱਕ ਵਾਰ ਦੇਖਣ ਦੀ ਕੋਸ਼ਿਸ਼ ਕਰੋ, ਜਿਹਦੀ ਭਗਤੀ ਕਰਦੇ ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ, ਉਹਨੂੰ ਮਿਲਣ ਦੀ ਕੋਸ਼ਿਸ਼ ਕਰੋ, ਆਪਣੇ ਅੰਦਰ ਤੜਫ ਪੈਦਾ ਕਰੋ, ਆਪਣੇ ਅੰਦਰ ਪ੍ਰੇਮ ਪੈਦਾ ਕਰੋ, ਫਿਰ ਗੱਲ ਬਣਨੀ ਆ। ਫਿਰ ਮੰਨਾਂਗੇ ਹਾਂ ਵੀ ਤੁਹਾਡੀ ਭਗਤੀ ਵਧੀਆ ਹੈ ਨਾ। ਚੀਜ਼ਾਂ ਤੱਕ ਨਾ ਮਤਲਬ ਰੱਖੋ ਕਿ ਮੈਨੂੰ ਆਹ ਚਾਹੀਦਾ, ਉਹ ਚਾਹੀਦਾ ਹੈ ਨਾ। ਉਹਨੂੰ ਮੰਗ ਲਓ, ਦਾਤੇ ਨੂੰ ਮੰਗ ਲਓ, ਉਸ ਪ੍ਰਮਾਤਮਾ ਨੂੰ ਮੰਗ ਲਓ, ਉਸ ਰੱਬ ਨੂੰ ਮੰਗ ਲਓ, ਅੱਲਾ ਵਾਹਿਗੁਰੂ ਨੂੰ ਮੰਗ ਲਓ। ਉਹ ਇੱਕੋ ਹੀ ਆ, ਦੋ ਨਹੀਂ ਹੈਗੇ। ਅਸੀਂ ਲੋਕਾਂ ਨੇ ਵੰਡ ਲਏ ਆਪਣੇ ਆਪਣੇ, ਛੋਟਾ ਕਰ ਦਿੱਤਾ, ਉਹਨੂੰ ਛੋਟਾ ਕਰਤਾ। ਉਹ ਤਾਂ ਬਹੁਤ ਵੱਡਾ ਸੀ, ਨਿਰਾਕਾਰ ਸੀ, ਅਸੀਂ ਉਸ ਨੂੰ ਛੋਟਾ ਕਰ ਦਿੱਤਾ। ਉਹ ਤਾਂ ਸਭ ਦਾ ਸੀ, ਅਸੀਂ ਆਪਣਾ ਆਪਣਾ ਬਣਾ ਲਿਆ। ਸਾਰਿਆਂ ਨਾਲ ਪ੍ਰੇਮ ਕਰੋ, ਕਿਸੇ ਦੀ ਨਿੰਦਿਆ ਚੁਗਲੀ ਨਹੀਂ। ਨਿੰਦਿਆ ਚੁਗਲੀ ਭਗਤੀ ਵਿੱਚ ਬਹੁਤ ਵੱਡੀ ਰੁਕਾਵਟ ਆ। ਅਸੀਂ ਕਿਸੇ ਨਿੰਦਿਆ ਚੁਗਲੀ ਕਰਦੇ ਹਾਂ ਤਾਂ ਉਹਦਾ ਭਾਰ ਸਾਡੇ ਸਿਰ ਤੇ ਆ ਜਾਂਦਾ। ਇਸ ਕਰਕੇ ਜਿਹੜੀ ਸੰਤ ਮਹਾਂਪੁਰਸ਼, ਪਹਿਲਾਂ ਤੁਸੀਂ ਦੇਖੇ ਹੋਣੇ ਆ, ਜਿਹੜੇ ਸੰਤ ਮਹਾਂਪੁਰਸ਼ ਫਕੀਰ ਹੁੰਦੇ ਸੀ, ਉਹ ਆਪਣੇ ਆਲੇ ਦੁਆਲੇ ਨਿੰਦਾ ਕਰਨ ਵਾਲੇ ਰੱਖਦੇ ਹੁੰਦੇ ਸੀ ਕਿ ਜਿਹੜੀ ਕੋਈ ਨਿੰਦਿਆ ਮੇਰੀ ਕਰੇ। ਕਿਉਂ? ਉਹ ਫਕੀਰ ਨਹੀਂ, ਉਹ ਸੰਤ ਮਹਾਂਪੁਰਸ਼ ਨਹੀਂ ਜਿਹਦੀ ਕੋਈ ਨਿੰਦਿਆ ਨਾ ਕਰੇ। ਇਹ ਜਾਣ ਬੁੱਝ ਕੇ ਨਿੰਦਿਆ ਕਰਾਉਂਦੇ ਸੀ ਆਪਣੇ ਸੰਤ ਮਹਾਂਪੁਰਸ਼। ਕਿਉਂ? ਉਹਦੇ ਨਾਲ ਸਾਡਾ ਜਲਦੀ ਸਫ਼ਰ ਤੈਅ ਹੁੰਦਾ। ਹਾਂ, ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਾਂਗੇ, ਅਗਲੇ ਦੇ ਕਰਮ ਸਾਡੇ ਉੱਪਰ ਆ ਜਾਣੇ। ਤੇ ਇਸ ਕਰਕੇ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਸਾਰਿਆਂ ਨਾਲ ਪ੍ਰੇਮ ਕਰਨਾ, ਇੱਕ ਦੂਜੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨੀ ਆ, ਇੱਕ ਦੂਜੇ ਨਾਲ ਪ੍ਰੇਮ ਕਰਨ ਦੀ ਕੋਸ਼ਿਸ਼ ਕਰਨੀ ਹੈ, ਠੀਕ ਆ। ਔਰ ਆਪਣੇ ਜੀਵਨ ਦੇ ਮਕਸਦ, ਜਿਹੜਾ ਜੀਵਨ ਦਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਤੁਹਾਡੇ, ਆਪਣਾ ਕੀ ਪ੍ਰਭੂ ਦੀ ਪ੍ਰਾਪਤੀ ਕਰਨਾ, ਠੀਕ ਹੈ ਨਾ। ਰੋਜ਼ ਅਭਿਆਸ ਕਰੋ, ਰੋਜ਼ ਸਿਮਰਨ ਕਰੋ, ਬੰਦਗੀ ਕਰੋ। ਉਹ ਤਾਂ ਨੇੜੇ ਤੋਂ ਵੀ ਨੇੜੇ ਆ, ਨੇੜੇ ਤੋਂ ਵੀ ਨੇੜੇ, ਨੇੜੇ ਤੋਂ ਵੀ ਨੇੜੇ ਆ। ਤੁਸੀਂ ਦੂਰ ਹੋ ਤੋਂ, ਉਹ ਤਾਂ ਨੇੜੇ ਤੋਂ ਵੀ ਨੇੜੇ, ਨੇੜੇ ਤੋਂ ਨੇੜੇ ਆ। ਅੰਦਰ ਬੈਠਾ, ਤੁਹਾਡੇ ਮਿਲਣ ਦਾ ਰਾਸਤਾ ਵੀ ਅੰਦਰ। ਆ ਜਾਓ ਅੰਦਰ, ਇੱਥੇ ਆ ਜਾਓ, ਇੱਥੇ ਆ ਜਾਓ। ਤੁਹਾਡੀ ਗੱਲ ਬਣ ਜਾਏਗੀ, ਜ਼ਰੂਰ ਗੱਲ ਬਣੇਗੀ। ਮੈਂ ਉਮੀਦ ਨਹੀਂ ਕਰਦਾ ਤੁਹਾਡੀ ਗੱਲ ਜ਼ਰੂਰ ਬਣੇਗੀ। ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ। ਦੇਖੋ, ਮੈਂ ਤੁਹਾਡੇ ਕੋਲ ਦੇਣਾ ਲੈਣਾ ਨਹੀਂ ਹੈਗਾ ਕੋਈ, ਠੀਕ ਹੈ ਨਾ। ਇੱਕ ਬਸ ਪ੍ਰੇਮ ਕਹਿ ਲਓ, ਹੈ ਨਾ। ਔਰ ਜ਼ਿੰਦਗੀ ਸੱਚਾਈ ਦਾ ਪਤਾ ਲੱਗ ਗਿਆ, ਹੈ ਨਾ, ਕਿ ਜੀਵਨ ਇਹ ਕੁਝ ਵੀ ਹੈ ਨਹੀਂ ਆ। ਇਹ ਜੋ ਵੀ ਇਹ ਸਭ ਦੇਖਦੇ, ਮਾਇਆ ਨਗਰੀ ਆ, ਇਹ ਝੂਠ ਆ, ਸਭ ਖਤਮ ਹੋਣ ਵਾਲਾ ਹੈ। ਇੱਕ ਰੱਬ ਆ, ਸੱਚਾ ਨਾਮ ਆ ਉਹਦਾ, ਰੱਬ ਹੀ ਸੱਚਾ, ਬਸ ਉਹਦਾ ਨਾਮ ਸੱਚਾ ਹੈ, ਬਸ ਬਾਕੀ ਸਭ ਝੂਠ ਆ। ਇਸ ਕਰਕੇ ਸੱਚੇ ਨਾਮ ਦੀ ਸਾਨੂੰ ਪ੍ਰਾਪਤੀ ਕਰ ਲੈਣੀ ਚਾਹੀਦੀ ਆ, ਸੱਚੇ ਰੱਬ ਦੀ ਉਹ ਪ੍ਰਾਪਤੀ ਕਰ ਲੈਣੀ ਚਾਹੀਦੀ, ਉਹਨੂੰ ਮਿਲ ਲੈਣਾ ਚਾਹੀਦਾ ਆਪਾਂ ਨੂੰ, ਠੀਕ ਹੈ। ਰੋਜ਼ ਅਭਿਆਸ ਕਰੋ, ਤੁਹਾਡੇ ਅੰਤਰ ਵਿੱਚ ਹੀ ਬੈਠਾ ਹੋ, ਉਹਨੂੰ ਮਿਲਣ ਦਾ ਰਸਤਾ ਵੀ ਅੰਦਰ ਆ। ਔਰ ਜਿਹਨੂੰ ਨਹੀਂ ਨਾਮ ਦਾ ਲਿੱਤਾ, ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਨਾਮ ਦੀ ਯੁਕਤੀ ਲੈ ਕੇ, ਨਾਮ ਸ਼ਬਦ ਲੈ ਕੇ ਰੋਜ਼ ਅਭਿਆਸ ਕਰਨਾ ਸ਼ੁਰੂ ਕਰੋ, ਠੀਕ ਹੈ।
ਗੁਰੂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਰਨਾ, ਕੋਈ ਸ਼ਿਕਾਇਤਾਂ ਨਹੀਂ ਕਰਨੀ। ਜਿਸ ਤਰ੍ਹਾਂ ਤੁਹਾਡਾ ਗੁਰੂ ਹੁਕਮ ਕਹਿ ਰਿਹਾ, ਗੁਰੂ ਦੀ ਹੁਕਮ ਅਨੁਸਾਰ ਤੁਹਾਨੂੰ ਭਗਤੀ ਕਰਨੀ, ਤਾਂ ਉੱਦਾਂ ਤੁਸੀਂ ਭਗਤੀ ਕਰੋ। ਠੀਕ ਹੈ, ਰੋਜ਼ ਭਗਤੀ ਕਰਨੀ ਆਪਣੀ, ਰੋਜ਼ ਨਿਯਮ ਪੱਕਾ ਰੱਖਣਾ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਨੇ ਆ। ਠੀਕ ਹੈ, ਪਰਿਵਾਰ ਛੱਡਣ ਦੀ ਲੋੜ ਨਹੀਂ ਹੈਗੀ, ਪਰਿਵਾਰ ਤੋਂ ਦੂਰ ਜਾਣ ਦੀ ਲੋੜ ਨਹੀਂ ਹੈਗੀ, ਪਰਿਵਾਰ ਵਿੱਚ ਰਹਿ ਕੇ ਬੰਦਗੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਕਈ ਲੋਕ ਇੱਕ ਸੰਗਤ ਕਿਸੇ ਮਿੱਤਰ ਪਿਆਰੇ ਘਰ ਜਾਣ ਦਾ ਮੌਕਾ ਮਿਲਿਆ ਤੇ ਉਹ ਕਹਿੰਦਾ ਮੈਂ ਪਰਿਵਾਰ 'ਚ ਰਹਿ ਕੇ ਬੰਦਗੀ ਨਹੀਂ ਕਰ ਸਕਦਾ। ਕਿਉਂ? ਕਹਿੰਦਾ ਜਦੋਂ ਮੈਂ ਭਗਤੀ ਕਰਦਾ ਮੇਰੇ ਘਰ 'ਚ ਕੋਈ ਦੁੱਖ ਤਕਲੀਫ ਆ ਜਾਂਦੀ ਆ। ਇਮਤਿਹਾਨ ਤਾਂ ਦੇਖੋ ਹੋਣੇ ਆ। ਠੀਕ ਹੈ ਨਾ, ਜੇ ਆਪਾਂ ਇਮਤਿਹਾਨ ਹੋਣਗੇ, ਪੇਪਰ ਦੇਵਾਂਗੇ, ਹੈ ਨਾ, ਫਿਰ ਪਤਾ ਲੱਗੂ ਆਪਾਂ ਪਾਸ ਆ ਜਾਂ ਫੇਲ ਆ। ਇਮਤਿਹਾਨ ਜੋ ਪੇਪਰ ਦੇਵਾਂਗੇ, ਬੱਚੇ ਸਕੂਲ 'ਚ ਪੇਪਰ ਦਿੰਦੇ ਆ ਸਾਲ ਬਾਅਦ, 365 ਦਿਨ ਬਾਅਦ ਉਹਨਾਂ ਦੇ ਇਮਤਿਹਾਨ ਹੁੰਦੇ ਆ ਪੱਕੇ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਦੇਖਦੇ ਕਿ ਬੱਚਾ ਕਿੰਨਾ ਪੜ੍ਹਿਆ, ਹੈ ਨਾ, ਕਿੰਨਾ ਵਧੀਆ ਪੇਪਰ ਕੀਤੇ, ਹੈ ਨਾ, ਫਿਰ ਉਹ ਨੰਬਰਾਂ ਹਿਸਾਬ ਨਾਲ ਉਹਨੂੰ ਪਾਸ ਫੇਲ ਕਰਦੇ ਆ। ਫਿਰ ਉਹ ਨਵੀਂ, ਜੇ ਪਾਸ ਹੋ ਜਾਂਦਾ ਫਿਰ ਨਵੀਂ ਕਲਾਸ ਜਾਣਾ ਪੈਂਦਾ, ਜੇ ਉਹ ਫੇਲ ਹੋ ਜਾਂਦਾ ਉਹਨੂੰ ਉਹੀ ਕਲਾਸ 'ਚ ਜਾਣਾ ਪੈਂਦਾ। ਠੀਕ ਹੈ ਨਾ, ਇਸੇ ਤਰ੍ਹਾਂ ਆਪਣਾ ਜਿਹੜਾ ਭਗਤੀ ਦਾ ਜਿਹੜਾ ਸਫ਼ਰ ਆ, ਇਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੈਗੀ। ਠੀਕ ਹੈ ਨਾ, ਡਰਨ ਦੀ ਲੋੜ ਨਹੀਂ ਹੈਗੀ। ਜੇ ਦੁੱਖ ਸੁੱਖ ਆਉਂਦੇ ਤਾਂ ਪ੍ਰਭੂ ਦਾ ਸ਼ੁਕਰਾਨਾ ਕਰਿਆ ਕਰੋ, ਸ਼ੁਕਰ ਹੈ ਪਰਮਾਤਮਾ ਤੂੰ ਮੈਨੂੰ ਦੁੱਖ ਦਿੱਤੇ ਆ, ਤੂੰ ਸ਼ੁਕਰ ਹੈ ਪਰਮਾਤਮਾ, ਸ਼ੁਕਰ ਕਰੋ ਉਹਦਾ, ਸ਼ੁਕਰ ਹੈ ਪਰਮਾਤਮਾ ਤੂੰ ਕਿਰਪਾ ਕਰਨੀ ਹੈ ਨਾ, ਮੈਨੂੰ ਸਹਿਣ ਦੀ ਸ਼ਕਤੀ ਦੇ, ਦੁੱਖ ਸਹਿਣ ਦੀ ਸ਼ਕਤੀ ਦੇਣਾ। ਠੀਕ ਹੈ, ਇਹੋ ਜਿਹੀ ਬੇਨਤੀਆਂ ਕਰੋ। ਠੀਕ ਹੈ ਨਾ, ਉਹਨੂੰ ਸ਼ਿਕਾਇਤਾਂ ਨਹੀਂ ਕਰਨੀਆਂ, ਬਸ ਸ਼ੁਕਰਾਨਾ ਕਰਨਾ, ਝੂਠਾ ਹੀ ਸ਼ੁਕਰਾਨਾ ਕਰੋ ਬਸ ਉਹਦਾ। ਦੁੱਖ ਤਾਂ ਬਹੁਤ ਜ਼ਰੂਰੀ ਹੈ, ਦੁੱਖੀ ਤਾਂ ਤੁਹਾਨੂੰ ਪਰਮਾਤਮਾ ਦੀ ਨੇੜੇ ਲੈ ਕੇ ਜਾਂਦੇ ਆ। ਦੁੱਖਾਂ ਦਾ ਧੰਨਵਾਦ ਕਰਿਆ ਕਰੋ, ਦੁੱਖੀ ਤਾਂ ਹੈ ਜਿਹੜੇ ਤੇਰੇ ਪਰਮਾਤਮਾ ਦੀ ਤੁਹਾਨੂੰ ਯਾਦ ਕਰਾਉਂਦੇ ਆ। ਜੇ ਦੁੱਖੀ ਨਾ ਸੰਸਾਰ ਵਿੱਚ ਹੋਵੇ ਸਾਨੂੰ ਸੁੱਖ ਦਾ ਆਨੰਦ ਕਿੱਦਾਂ ਆਵੇਗਾ? ਠੀਕ ਹੈ, ਦੁੱਖ ਸੁੱਖ ਦਾ ਆਨੰਦ ਤਾਂ ਹੀ ਪਤਾ ਲੱਗਦਾ ਜੇ ਅਸੀਂ ਦੁੱਖ ਕੱਟਦੇ ਆ। ਦੁੱਖ ਭੋਗ ਕੇ ਸਾਨੂੰ ਸੁੱਖ ਮਿਲਦਾ, ਤਾਂ ਹੀ ਸੁੱਖ ਦਾ ਆਨੰਦ ਮਿਲਦਾ ਸਾਨੂੰ। ਠੀਕ ਹੈ ਨਾ, ਤਾਂ ਹੀ ਦੁੱਖ ਸੁੱਖ ਦੁੱਖਾਂ ਦੇ ਤਾਂ ਹੀ ਸਾਨੂੰ ਸੁੱਖ ਦਾ ਅਨੁਭਵ ਹੁੰਦਾ ਨਾ, ਸੁੱਖ ਦਾ ਪਤਾ ਲੱਗਦਾ ਕਿ ਸੁੱਖ ਮਿਲੇਗਾ ਸਾਨੂੰ, ਹੁਣ ਠਹਿਰਾਅ ਮਿਲੇਗਾ, ਸ਼ਾਂਤੀ ਮਿਲੇਗੀ, ਹੈ ਨਾ। ਦੁੱਖੀ ਤਾਂ ਹੈ ਜਿਹੜੇ ਸਾਨੂੰ ਪਰਮਾਤਮਾ ਨੇੜੇ ਲੈ ਕੇ ਜਾਂਦੇ ਆ। ਜੇ ਸੁੱਖ ਹੋਵੇ ਕੌਣ ਯਾਦ ਕਰੇ? ਠੀਕ ਹੈ ਨਹੀਂ, ਜੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣ, ਠੀਕ ਹੈ ਨਾ, ਦੁਨੀਆ ਸੁੱਖ 'ਚ ਕੌਣ ਯਾਦ ਕਰਦੀ ਆ? ਦੇਖਦੇ ਪਏ ਆਪਾਂ ਆਲੇ ਦੁਆਲੇ ਬੜਾ ਕੁਝ ਹੋ ਰਿਹਾ, ਸੁੱਖ 'ਚ ਤਾਂ ਦੁਨੀਆ ਭੁੱਲ ਜਾਂਦੀ ਆ, ਰੱਬ ਨੂੰ ਵੀ ਟੱਬ ਕਹਿੰਦੀ ਹੈ ਨਾ, ਐਦੀ ਹੈ ਨਾ। ਜੋ ਦੁੱਖਾਂ ਦਾ ਫਿਰ ਹਾਏ ਰੱਬਾ ਬਚਾ ਲੈ ਰੱਬਾ, ਮਰ ਗਿਆ, ਹੈ ਨਾ, ਫਿਰ ਹਾਏ ਕਰਦੇ ਆਪਾਂ, ਫਿਰ ਰੱਬ ਯਾਦ ਨਾ ਦੁੱਖ ਦੇ ਵਿੱਚ। ਸੁੱਖ ਦੇ ਵਿੱਚ ਯਾਦ ਕਰੋ, ਦੁੱਖ ਆਵੇ ਹੀ ਨਾ ਤੁਹਾਨੂੰ, ਉਹਨੂੰ ਹਰ ਟਾਈਮ ਯਾਦ ਰੱਖੋ, ਹਰ ਟਾਈਮ ਸ਼ੁਕਰਾਨਾ, ਸ਼ੁਕਰ ਹੈ ਮਾਲਕਾ, ਸ਼ੁਕਰ ਹੈ। ਰੋਟੀ ਖਾਣ ਲੱਗੇ ਯਾਦ ਰੱਖੋ, ਪਾਣੀ ਪੀਣ ਲੱਗੇ ਯਾਦ ਕਰੋ ਕਿ ਪ੍ਰਭੂ ਭੋਗ ਲਾਓ, ਪ੍ਰਸ਼ਾਦਾ ਹਾਜ਼ਰ ਹੈ, ਭੋਗ ਲਾਓ ਔਰ ਮੈਨੂੰ ਵੀ ਛਕਣ ਦੀ ਆਗਿਆ ਦਿਓ, ਤੁਸੀਂ ਵੀ ਛਕੋ, ਮੈਨੂੰ ਵੀ ਛਕਣ ਦੀ ਆਗਿਆ ਦਿਓ। ਅਰਦਾਸ ਬੇਨਤੀ ਕਰਕੇ ਆਪਣਾ ਖਾਣਾ ਖਾਓ, ਰੋਟੀ ਖਾਓ, ਪਾਣੀ ਪੀਣਾ, ਪ੍ਰਭੂ ਭੋਗ ਲਾਓ, ਫਿਰ ਪਾਣੀ ਪੀ ਲਿਆ, ਆਪ ਹੀ ਪੀਣਾ, ਇੱਕ ਤਾਂ ਕਹਿਣਾ ਹੀ ਆ, ਇੰਨੇ ਚੋਂ ਖੁਸ਼ ਆ। ਘਰੋਂ ਕਿਤੇ ਜਾਣਾ, ਬਾਹਰ ਜਾਣਾ, ਫਿਰ ਬੇਨਤੀ ਕਰੋ, ਪ੍ਰਭੂ ਮੈਂ ਫਲਾਨੀ ਜਗ੍ਹਾ ਜਾ ਰਿਹਾ, ਗੁਰੂਦੇਵ ਮੈਂ ਫਲਾਨੀ ਜਗ੍ਹਾ ਜਾ ਰਿਹਾ, ਤੁਸੀਂ ਮੇਰੇ ਨਾਲ ਨਾ ਰਹਿਣਾ। ਇਹ ਅਰਦਾਸ ਕਰਕੇ ਘਰੋਂ ਨਿਕਲਿਆ ਕਰੋ, ਇਹ ਅਰਦਾਸ ਕਰਕੇ ਕੰਮਾਂ ਕਰਨ ਜਾਇਆ ਕਰੋ। ਕਿੱਦਾਂ ਤੁਹਾਡਾ ਜੀਵਨ ਬਦਲੇਗਾ? ਛੋਟੀ ਛੋਟੀ ਗੱਲਾਂ ਹੈਗੀਆਂ, ਇਹ ਬੜਾ ਕੁਛ ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ। ਕਰੋ ਬਸ, ਠੀਕ ਹੈ ਨਾ। ਕੋਈ ਕਾ ਸੁਖ ਸ਼ਾਂਤੀ ਹੈ, ਸ਼ੁਕਰ ਹੈ ਮਾਲਕਾ, ਦੁੱਖਾਂ ਦਾ ਤਾਂ ਵੀ ਸ਼ੁਕਰ ਹੈ ਮਾਲਕਾ, ਸਵੇਰੇ ਅੱਖ ਖੁੱਲਦੀ ਹੈ, ਸ਼ੁਕਰ ਹੈ ਮਾਲਕਾ ਤੂੰ ਮੈਨੂੰ ਇੱਕ ਦਿਨ ਹੋਰ ਦੇ ਦਿੱਤਾ ਭਗਤੀ ਕਰਨ ਵਾਸਤੇ, ਹੈ ਨਾ। ਕਿਉਂਕਿ ਘੜੀ ਦਾ ਪਤਾ ਨਹੀਂ ਕਿਹੜੇ ਪਹਿਲੇ ਸਾਡੀ ਹਵਾ ਨਿਕਲ ਜਾਵੇ। ਜੀਣਾ ਝੂਠਾ, ਮਰਨਾ ਸੱਚਾ, ਇੱਕ ਨਾ ਇੱਕ ਦਿਨ ਮਰਨਾ। ਮੌਤ ਨੂੰ ਹਮੇਸ਼ਾ ਯਾਦ ਰੱਖੋ, ਸਾਰਿਆਂ ਨਾਲ ਪ੍ਰੇਮ ਕਰੋ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ। ਰੋਜ਼ ਅਭਿਆਸ ਕਰੋ, ਰੋਜ਼ ਸਿਮਰਨ ਕਰੋ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਵੀ ਜ਼ਰੂਰ ਇਕੱਠੀ ਕਰਦੇ ਰਹੋ। ਤੁਹਾਡੇ ਸਾਰੇ ਦੁੱਖਾਂ ਦੀ ਦਵਾਈ ਸਿਮਰਨ ਆ, ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਆ, ਬੰਦਗੀ ਆ। ਠੀਕ ਹੈ, ਜੇ ਆਪਣੇ ਤੁਸੀਂ ਗੁਰੂਆਂ ਨਾਲ, ਸੰਤਾਂ ਮਹਾਂਪੁਰਸ਼ਾਂ ਨਾਲ, ਫਕੀਰਾਂ ਨਾਲ, ਦੇਵੀ ਦੇਵਤਿਆਂ ਨਾਲ, ਪੀਰਾਂ ਪੈਗੰਬਰਾਂ ਨਾਲ ਤੁਸੀਂ ਪ੍ਰੇਮ ਕਰਦੇ ਹੋ ਤਾਂ ਭਗਤੀ ਕਰਨਾ ਸ਼ੁਰੂ ਕਰੋ, ਬੰਦਗੀ ਕਰਨਾ ਸ਼ੁਰੂ ਕਰੋ। ਸਾਡੇ ਜਿੰਨੇ ਵੀ ਗੁਰੂ ਮਹਾਰਾਜ ਆਏ ਨੇ, ਚਾਹੇ ਕਬੀਰ ਸਾਹਿਬ ਆ, ਚਾਹੇ ਗੁਰੂ ਰਵਿਦਾਸ ਮਹਾਰਾਜ ਜੀ ਆ, ਗੁਰੂ ਨਾਨਕ ਦੇਵ ਜੀ ਆ, ਦਸੇ ਪਾਤਸ਼ਾਹੀਆਂ ਆ, ਬਾਬਾ ਨਾਮਦੇਵ ਆ, ਧੰਨਾ ਜੱਟ ਜੀ ਆ, ਹੈ ਨਾ, ਬੜੇ ਬਾਬਾ ਫਰੀਦ ਜੀ ਆ, ਹੈ ਨਾ, ਜਿੰਨੇ ਵੀ ਸਾਧੂ ਸੰਤ ਮਹਾਂਪੁਰਸ਼ ਆਏ ਸਾਰਿਆਂ ਨੇ
ਭਗਤੀ ਕੀਤੀ ਆ, ਨਾਮ ਦੇ ਹੋਕੇ ਦਿੱਤੇ ਆ, ਠੀਕ ਹੈ ਨਾ। ਉਹਨਾਂ ਨੂੰ ਜੇ ਤੁਸੀਂ ਖੁਸ਼ ਦੇਖਣਾ ਚਾਹੁੰਦੇ ਹੋ, ਹਨਾ, ਉਹਨਾਂ ਨੂੰ ਖੁਸ਼ੀ, ਆਪਣੇ ਗੁਰੂਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ, ਖੁਸ਼ੀ ਦੇਣਾ ਚਾਹੁੰਦੇ ਹੋ, ਤਾਂ ਰੋਜ਼ ਭਗਤੀ ਕਰੋ, ਰੋਜ਼ ਸਿਮਰਨ ਕਰੋ, ਠੀਕ ਹੈ। ਗੁਰੂ ਤੁਹਾਡੀ ਭਗਤੀ ਤੋਂ ਹੀ ਖੁਸ਼ ਹੋਣਾ ਉਹਨੇ, ਠੀਕ ਹੈ। ਤੁਹਾਡੇ ਨਾਮ ਸਿਮਰਨ ਦੀ ਕਮਾਈ ਤੋਂ ਉਹਨੇ ਖੁਸ਼ ਹੋਣਾ। ਹੋਰ ਇਹੋ ਜਿਹੀ ਦੁਨੀਆ 'ਚ ਕੋਈ ਪਦਾਰਥ ਨਹੀਂ ਜਿਹੜੇ ਤੁਹਾਡੇ ਗੁਰੂ ਪੀਰਾਂ ਨੂੰ ਖੁਸ਼ ਕਰ ਸਕਣ। ਇੱਕੋ ਭਗਤੀ ਆ, ਨਾਮ ਦੀ ਕਮਾਈ ਆ, ਭਜਨ ਸਿਮਰਨ ਆ, ਜਿਨ੍ਹਾਂ ਤੁਹਾਡੇ ਗੁਰੂ ਪੀਰ ਪੈਗੰਬਰ ਦੇਵ ਦੇਵਤੇ ਖੁਸ਼ ਹੋ ਸਕਦੇ ਆ। ਹੋਰ ਕੋਈ ਦੁਨੀਆ ਦੇ ਧਨ ਪਦਾਰਥ ਉਹਨਾਂ ਨੂੰ ਖੁਸ਼ ਨਹੀਂ ਕਰ ਸਕਦੇ, ਠੀਕ ਹੈ। ਇਹ ਨਾ ਗੁਰੂ ਦਾ ਕੋਈ ਸੰਤਾਂ ਮਾ ਜਨਮ ਦਿਨ ਆਉਂਦਾ ਅਸੀਂ ਉਦੋਂ ਹੀ ਯਾਦ ਕਰਨਾ, ਜਾਂ ਉਹਨਾਂ ਦਾ ਸ਼ਹੀਦੀ ਪੁਰਬ ਆਉਂਦਾ ਸ਼ਾਇਦ ਅਸੀਂ ਉਦੋਂ ਹੀ ਯਾਦ ਕਰਨਾ। ਜੇ ਤੁਸੀਂ ਗੁਰੂਆਂ ਦੀ ਕੁਰਬਾਨੀ ਨੂੰ ਕੁਰਬਾਨੀਆਂ ਨੂੰ ਯਾਦ ਰੱਖਿਆ, ਉਹਨਾਂ ਨਾਲ ਪ੍ਰੇਮ ਕਰਦੇ ਹੋ, ਠੀਕ ਹੈ, ਉਹਨਾਂ ਨੂੰ ਯਾਦ ਕਰਦੇ ਹੋ, ਤਾਂ ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ। ਇਹ ਇੱਕ ਦਿਨ ਕਰਨ ਵਾਲਾ ਕੰਮ ਨਹੀਂ ਹੈਗਾ ਕਿ ਅੱਜ ਉਹਨਾਂ ਦਾ ਜਨਮ ਦਿਨ ਆ ਤੇ ਅੱਜ ਅਸੀਂ 1 ਘੰਟਾ ਸਿਮਰਨ ਕਰ ਲਈਏ ਜਾਂ 2 ਘੰਟੇ ਸਿਮਰਨ ਕਰ ਲਈਏ ਜਾਂ ਪੂਰਾ ਦਿਨ ਯਾਦ ਕਰ ਲਈਏ ਨਾ। ਜੇ ਤੁਸੀਂ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹੋ, ਦੇਵੀ ਦੇਵਤਿਆਂ ਨਾਲ ਪ੍ਰੇਮ ਕਰਦੇ ਹੋ, ਫਕਰਾਂ ਫਕੀਰਾਂ ਨਾਲ ਪ੍ਰੇਮ ਕਰਦੇ ਹੋ, ਤਾਂ ਰੋਜ਼ ਭਗਤੀ ਕਰੋ, ਰੋਜ਼ ਸਿਮਰਨ ਕਰੋ, ਫਿਰ ਉਹ ਖੁਸ਼ ਹੋਣਗੇ ਤੁਹਾਡੇ ਤੋਂ, ਠੀਕ ਹੈ ਨਾ। ਉਹਨਾਂ ਨੇ ਹਮੇਸ਼ਾ ਇੱਕੋ ਹੁਕਾ ਦਿੱਤਾ, ਨਾਮ ਦਾ ਹੁਕਾ, ਕਿ ਬੇਟੇ ਬੰਦਗੀ ਕਰੋ, ਭਗਤੀ ਕਰੋ, ਠੀਕ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਹੈ ਨਾ। ਇਸ ਕਰਕੇ ਸਿਮਰਨ ਕਰੋ, ਰੋਜ਼ ਅਭਿਆਸ ਕਰੋ, ਠੀਕ ਹੈ। ਘੱਟੋ ਘੱਟ 2.5-3 ਘੰਟੇ ਰੋਜ਼ ਤੁਹਾਡੀ ਸੀਟਿੰਗ ਹੋਣੀ ਚਾਹੀਦੀ ਹੈ। ਇੱਕ ਸਮਾਂ ਨਿਸ਼ਚਿਤ ਕਰੋ, ਉਹ ਅਭਿਆਸ ਕਰਕੇ ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ, ਠੀਕ ਹੈ। ਚੱਲਦੇ ਫਿਰਦੇ ਅੰਤਰ ਸਿਮਰਨ ਕਰਦੇ ਰਿਹਾ ਕਰੋ, ਹੈ ਨਾ। ਹਤਕਾਰਵਾ ਦਿਲ ਯਾਵਾ ਹਮੇਸ਼ਾ ਰੱਖੋ, ਔਰ ਭਗਤੀ ਸਿਰਫ ਪਰਮਾਤਮਾ ਨੂੰ ਪਾਉਣ ਵਾਸਤੇ ਕਰਨੀ ਆ, ਰੱਬ ਨੂੰ ਮਿਲਣ ਵਾਸਤੇ ਕਰਨੀ ਆ, ਮੁਕਤੀ ਪ੍ਰਾਪਤ ਕਰਨ ਵਾਸਤੇ ਮਿਲਣੀ ਆ, ਠੀਕ ਹੈ। ਔਰ ਬਿਨਾਂ ਭਜਨ ਸਿਮਰਨ ਤੋਂ ਬਿਨਾਂ ਛੁਟਕਾਰਾ ਨਹੀਂ ਮਿਲ ਸਕਦਾ, ਬਿਨਾਂ ਭਜਨ ਸਿਮਰਨ ਤੋਂ ਮੁਕਤੀ ਨਹੀਂ ਮਿਲ ਸਕਦੀ। ਜਿੰਨੇ ਮਰਜ਼ੀ ਦਾਨ ਪੁੰਨ ਕਰ ਲਓ, ਜਿੰਨੇ ਮਰਜ਼ੀ ਤੁਸੀਂ ਬਾਹਰ ਦੀ ਤੀਰਥ ਯਾਤਰਾ ਕਰ ਲਓ, ਇਸ਼ਨਾਨ ਕਰ ਲਓ, ਹਵਨ ਜਗ ਕਰ ਲਓ, ਇਹਦੇ ਨਾਲ ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ, ਨਾ ਹੀ ਪਰਮਾਤਮਾ ਮਿਲਣ ਵਾਲਾ। ਪਰਮਾਤਮਾ ਤਾਂ ਹੀ ਮਿਲੇਗਾ ਜੇ ਅਸੀਂ ਭਗਤੀ ਕਰਾਂਗੇ, ਬੰਦਗੀ ਕਰਾਂਗੇ, ਨਾਮ ਜਪਾਂਗੇ, ਔਰ ਮੁਕਤੀ ਵੀ ਤਾਂ ਹੀ ਮਿਲੇਗੀ ਜੇ ਅਸੀਂ ਭਗਤੀ ਕਰਾਂਗੇ, ਸਿਮਰਨ ਕਰਾਂਗੇ, ਨਾਮ ਜਪਾਂਗੇ, ਬੰਦਗੀ ਕਰਾਂਗੇ। ਤੇ ਇਸ ਕਰਕੇ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦਿਓ, ਠੀਕ ਹੈ ਨਾ। ਕੋਈ ਛੁੱਟੀ ਨਹੀਂ, ਰੋਜ਼ ਕਰਨੀ, ਰੋਜ਼ ਬੰਦਗੀ ਕਰ, ਭਗਤੀ ਕਰਨੀ, ਠੀਕ ਹੈ ਨਾ। ਔਰ ਐਵੇਂ ਵਹਿਮਾਂ 'ਚ ਨਾ ਪਿਆ ਕਰੋ, ਠੀਕ ਹੈ ਨਾ। ਜੋ ਸਾਡੀ ਅਸੀਂ ਜੋ ਕਰਮ ਕੀਤੇ ਆ ਸਾਨੂੰ ਉਹਦਾ ਭੁਗਤਾਨ ਕਰਨਾ ਪੈਣਾ। ਮਾੜੇ ਕਰਮ ਕੀਤੇ ਆ ਤਾਂ ਸਾਨੂੰ ਦੁੱਖ ਮਿਲਣੇ ਹੀ ਮਿਲਣੇ ਆ, ਸਾਨੂੰ ਕੋਈ ਸੁੱਖ ਨਹੀਂ ਦੇ ਸਕਦਾ, ਠੀਕ ਹੈ। ਇਸ ਕਰਕੇ ਧਾਗੇ ਤੇ ਬਿੱਤਾਂ ਤੋਂ ਬਾਹਰ ਆ ਜਾਓ, ਜੰਤਰੀਆਂ ਤੋਂ ਟੇਵਿਆਂ ਤੋਂ ਬਾਹਰ ਆ ਜਾਓ, ਠੀਕ ਹੈ। ਆਪਣੇ ਪੜ੍ਹ ਲਿਖ ਕੇ ਆਪਣੇ ਕਰਮ, ਆਪਣੀ ਮਿਹਨਤ ਤੇ ਭਰੋਸਾ ਰੱਖਿਆ ਕਰੋ, ਠੀਕ ਹੈ। ਕਰਮ ਕਰਿਆ ਕਰੋ, ਕਰਮ ਨਹੀਂ ਤੁਹਾਡੇ ਜੀਵਨ ਨੂੰ ਬਦਲਣਾ ਹੈ, ਠੀਕ ਹੈ। ਆਪਣੇ ਅੱਛੇ ਕਰਮ ਕਰੋ, ਤੁਹਾਨੂੰ ਅੱਛਾ ਮਿਲੇ। ਮਾੜਾ ਕਰੋਗੇ ਤਾਂ ਮਾੜਾ ਹੀ ਮਿਲਣਾ। ਇਹਦੇ ਵਿੱਚ ਨਾ ਗੁਰੂ ਦਾ ਦੋਸ਼ ਆ, ਨਾ ਕਿਸੇ ਹੋਰ ਦਾ ਦੋਸ਼ ਆ, ਠੀਕ ਹੈ ਨਾ। ਜੋ ਦੁੱਖਾਂ ਦਾ ਅਸੀਂ ਪ੍ਰਮਾਤਮਾ ਨੂੰ ਦੋਸ਼ ਦਿੰਦੇ ਆ, ਜਦੋਂ ਸੁੱਖਾਂ ਦਾ ਅਸੀਂ ਕਹਿੰਦੇ ਮੈਂ ਆਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਹੈ ਨਾ। ਜੋ ਘਾਟਾ ਪੈ ਜਾਂਦਾ ਫਿਰ ਰੱਬ ਨੂੰ ਤੁਸੀਂ ਦੋਸ਼ ਰਹੇ, ਰੱਬਾ ਤੂੰ ਕੀ ਕਰ ਦਿੱਤਾ। ਜੋ ਚੰਗਾ ਕੰਮ ਕੀਤਾ, ਮੈਂ ਕੀਤਾ। ਹਰ ਕੰਮ 'ਚ ਉਸ ਨੂੰ ਸ਼ਾਮਲ ਕਰ ਲਓ। ਸ਼ੁਕਰ ਹੈ ਮਾਲਕਾ, ਸ਼ੁਕਰ ਹੈ ਮਾਲਕਾ, ਸ਼ੁਕਰ ਹੈ। ਬਾਰੋ ਸਿਮਰਨ ਕਰੋ, ਇਹ ਤੁਹਾਡੀ ਆਪਣੀ ਕਮਾਈ ਆ, ਜਿਹੜੀ ਦੁਨੀਆ ਦੀ ਕੋਈ ਤਾਕਤ ਤੁਹਾਡੇ ਕੋਲ ਖੋ ਨਹੀਂ ਸਕਦੀ, ਠੀਕ ਹੈ। ਰੋਜ਼ ਸਾਰਿਆਂ ਨੇ ਸਿਮਰਨ ਕਰਨਾ, ਰੋਜ਼ ਬੰਦਗੀ ਕਰਨੀ ਆ। ਉਹ ਦਾਸ ਦੇ ਕੁਛ ਬੋਲਣ ਵਿੱਚ ਗਲਤੀ ਹੋਈ ਹੋਵੇ, ਦਾਸ ਨੂੰ ਤੁਸੀਂ ਆਪਣੀ ਚਰਨਾਂ ਦੀ ਧੂੜ ਸਮਝ ਕੇ ਦਾਸ ਨੂੰ ਮਾਫ ਕਰ ਦੇਣਾ। ਜੇ ਵਿਚਾਰ ਅੱਛੇ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ, ਆਪਣਾ ਜੀਵਨ ਉੱਦਾਂ ਦੇ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਠੀਕ ਹੈ। ਉਹ ਰੋਜ਼ ਸਭ ਨੇ ਸਿਮਰਨ ਕਰਨਾ, ਰੋਜ਼ ਸਭ ਨੇ ਬੰਦਗੀ ਕਰਨੀ ਹੈ। ਇਹ ਤੁਹਾਡੀ ਆਪਣੀ ਕਮਾਈ ਹੈ, ਇਹ ਤੁਹਾਡੇ ਕੋਲ ਰਹਿਣੀ, ਨਾ ਇਹਦਾ ਮੈਨੂੰ ਫਾਇਦਾ ਹੈ ਨਾ ਕਿਸੇ ਹੋਰ ਨੂੰ ਫਾਇਦਾ, ਠੀਕ ਹੈ ਨਾ। ਪਰ ਮੈਨੂੰ ਵੀ ਉਮੀਦ ਆ ਕਿ ਤੁਸੀਂ ਭਗਤੀ ਕਰੋਗੇ, ਬੰਦਗੀ ਕਰੋਗੇ, ਠੀਕ ਹੈ। ਦੁੱਖਾਂ ਤੋਂ ਡਰਨ ਦੀ ਲੋੜ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਆਪਣੇ ਗੁਰੂ ਤੇ ਭਰੋਸਾ ਰੱਖੋ, ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ। ਉਹ ਜਿਹਦੀ ਅਸੀਂ ਭਗਤੀ ਕਰਦੇ ਹਾਂ, ਜਿਹਦੇ ਅੱਗੇ ਧੂਪ ਬੱਤੀ ਕਰਦੇ ਹਾਂ, ਜੋਤ ਜਗਾਉਂਦੇ ਹਾਂ, ਅਗਰਬੱਤੀ ਲਗਾਉਂਦੇ ਹਾਂ, ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ, ਉਹਨੂੰ ਮਿਲਣ ਦੀ ਕੋਸ਼ਿਸ਼ ਕਰੋ, ਤਾਂ ਹੀ ਗੱਲ ਬਣੇਗੀ। ਨਹੀਂ ਤਾਂ ਤੁਸੀਂ ਹਨੇਰੇ 'ਚ ਸਮਝੋ ਘੁੰਮੀ ਜਾਣਾ, ਆਪਣਾ ਜੀਵਨ ਐਵੇਂ ਵਿਅਰਥ ਕਰ ਲੈਣਾ, ਠੀਕ ਹੈ। ਉਸ ਪਿਤਾ ਪਰਮੇਸ਼ਰ ਨੂੰ, ਉਸ ਅਕਾਲ ਪੁਰਖ ਅੱਲਾ ਵਾਹਿਗੁਰੂ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਮਿਲਣ ਦੀ ਕੋਸ਼ਿਸ਼ ਕਰੋ, ਠੀਕ ਹੈ। ਔਰ ਇਹ ਤੁਹਾਡੀ ਆਪ ਦੀ ਮਿਹਨਤ ਆ, ਕਿੰਨੀ ਜਲਦੀ ਪਹੁੰਚਣਾ ਉਦ ਤੱਕ, ਕਿੰਨੀ ਜਲਦੀ ਪਾਣਾ ਉਸ ਨੂੰ। ਜਿੰਨੀ ਤੁਸੀਂ ਗੁੜ ਪਾਓਗੇ ਓਨਾ ਹੀ ਮਿੱਠਾ ਹੋਣਾ, ਠੀਕ ਹੈ। ਜਿੰਨੀ ਤੁਸੀਂ ਮਿਹਨਤ ਕਰੋਗੇ ਓਨੀ ਹੀ ਜਲਦੀ ਪ੍ਰਾਪਤ ਹੋਵੇਗੀ, ਠੀਕ ਹੈ ਨਾ। ਪਰ ਬਿਨਾਂ ਇੱਛਾਵਾਂ ਤੇ, ਬਿਨਾਂ ਸਵਾਲਾਂ ਤੇ ਭਗਤੀ ਕਰਨੀ, ਨਿਸ਼ਕਾਮ ਭਗਤੀ ਕਰਨੀ ਆ, ਫਿਰ ਤੁਸੀਂ ਸਦਾ ਉੱਥੇ ਤੱਕ ਪਹੁੰਚ ਸਕਦੇ ਹੋ, ਠੀਕ ਹੈ। ਤੇ ਇਸ ਕਰਕੇ ਬਸ ਰੋਜ਼ ਭਗਤੀ ਕਰੋ, ਬੰਦਗੀ ਕਰੋ, ਠੀਕ ਹੈ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।